ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਪਰਮਜੀਤ ਕੌਰ ਸਾਨੀ ਨਿੱਘਾ ਸਵਾਗਤ ਕਰਦੀ ਹਾਂ ਤੇ ਰੋਜ਼ਾਨਾ ਹੀ ਤਰ੍ਹਾਂ ਇੱਕ ਵਾਰ ਫਿਰ ਤੋਂ ਲਾਈਵ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ। ਸੋ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਬਾਬਤ ਆਰ-ਪਾਰ ਦੀ ਚਰਚਾ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਸ਼ੇਰਗਿੱਲ ਜੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ ਜੀ, ਸਵਾਗਤ ਹੈ ਜੀ। शुक्रिया जी। जी दर्शकों भी सदा दे दिए कि तुसी रोजाना इस प्रोग्राम का हिस्सा बन सकते हो कमेंट बॉक्स के राही। कमेंट बॉक्स के विच खबरां दे बाबत विचार राय टिप्पणियां जरूर देंदे रहो तां जो कुछ निंदा कमेंट्स नूं असीं अपने प्रोग्राम का हिस्सा बना के उस ते चर्चा कर सकी। शुरुआत कर लैंदे हां। बहुत सारियां खबरां सुर्खियां दा केंद्र है। सब तो पहला शुरुआत करते हैं शेरगिल साहब अदाकारा कंगना रनौत तो, जिस दे वल्लों बीते दिन एक विवादित बयान दिता गया सी देश की आज़ादी नूं लैके। पद्म श्री मिल चुका है कंगना रनौत नूं। पद्म श्री मिलना बहुत वड्डी गल हुंदी है। उस तो बाद देश नूं लैके देश की आज़ादी नूं लैके विवादित बयान दे देना, ये कह देना कि सन 47 दे विच जिहड़ी देश नूं आज़ादी मिली है वो भीख विच मिली है। हुण तां कंगना रनौत दा साथ देण वाले भी आण लग गए ने सामने। यही वजह है कि इस अदाकारा दे इन्ने हौसले बुलंद हुंदे जा रहे ने कि वो लोकां दे जख्मां नूं कुरेददी है, अजिहे विवादित बयान दिंदी है जिस दे नाल शहीदां दा अपमान हुंदा है। हुण सवाल उठदा है कि लोकी कहंदे ने कि छोटी जी गल ते बयान देण वाला जेकर देशद्रोही हो जांदा है ते जेकर सुतंत्रता सेनानियां देश दे शहीदां नूं अजिहा कुछ कहण वाली अदाकारा खिलाफ कार्रवाई नहीं हुंदी ते फिर सरकार ते भी सवाल खड़े हुंदे ने। किंज वेखदे हो कंगना रनौत दे उस भीख वाले बयान नूं जिस दा कहना है कि भारत नूं 1947 दे विच आज़ादी भीख च मिली सी? ਪਹਿਲਾਂ ਤਾਂ ਇੱਕ ਗੱਲ ਜ਼ਰੂਰ ਇਹ ਦੱਸਣਾ ਚਾਹਾਂਗਾ ਕਿ ਕਈ ਲੋਕ ਇੱਦਾਂ ਦੇ ਹੁੰਦੇ ਆ ਨਾ ਵੀ ਜਿਹੜੇ ਊਟ ਪਟਾਂਗ ਜੇ ਬਿਆਨ ਦੇ ਕੇ ਹਰ ਵੇਲੇ ਸੁਰਖੀਆਂ 'ਚ ਰਹਿਣਾ ਚਾਹੁੰਦੇ ਆ ਵੀ ਮੇਰਾ ਜਿਹੜਾ ਹੈ ਨਾ ਰੌਲਾ ਰੱਪਾ ਪੈਂਦਾ ਰਵੇ, ਮੈਂ ਗਾਹੇ ਬਗਾਹੇ ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਆ ਉੱਥੇ ਮੇਰਾ ਨਾਂ ਚੱਲਦਾ ਰਵੇ। ਬਿਲਕੁਲ ਬੇਸ਼ੱਕ ਉਹਦੀ ਗੱਲ ਦਾ ਕੋਈ ਮਾਇਨੇ ਹੋਣ ਜਾਂ ਨਾ ਹੋਣ, ਪਰ ਉੱਥੇ ਇੱਕ ਮਸਾਲਾ ਜ਼ਰੂਰ ਇਲੈਕਟ੍ਰੋਨਿਕ ਮੀਡੀਆ ਨੂੰ ਮਿਲ ਜਾਂਦਾ ਵੀ ਹਾਂ ਵੀ ਆਹ ਚੀਜ਼ ਕਹਿਤੀ, ਉਹਦੇ ਤੇ ਬਹਿਸ ਇਦਾਂ ਦੀ ਛੇੜਨ ਲੱਗ ਪੈਂਦੇ ਆ ਵੀ ਉਸ ਨੂੰ ਹੀ ਜਾਇਜ਼ ਠਹਿਰਾਉਣ ਵੱਲ ਨੂੰ ਜਾਂਦੇ ਆ, ਨਾ ਕਿ ਉਹਦੀ ਪੜਚੋਲ ਕੀਤੀ ਜਾਂਦੀ ਆ ਵੀ ਇਹਨੇ ਕਿਹਾ ਸਹੀ ਜਾਂ ਗਲਤ। ਅਗਲੀ ਗੱਲ ਜੇ ਉਹ ਭੀਖ ਵਾਲੀ ਗੱਲ ਕਰਦੀ ਆ ਤੇ ਭੀਖ ਦੇ ਵਿੱਚ ਤੇ ਫਿਰ ਅਵਾਰਡ ਹੀ ਮਿਲ ਸਕਦਾ, ਆਜ਼ਾਦੀ ਨਹੀਂ ਮਿਲਦੀ ਹੁੰਦੀ। ਬਿਲਕੁਲ ਬਿਲਕੁਲ ਇਹ ਉਹਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਵੀ ਜੇ ਆਪਣੀ ਅਕਲ ਦਾ ਦਿਵਾਲਾ ਉਹ ਉਦੋਂ ਵੀ ਕੱਢਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨੇ ਇੱਕ ਬਿਆਨ ਦੇ ਦਿੱਤਾ, ਕਹਿੰਦੇ ਦੱਸੋ 47 'ਚ ਲੜਾਈ ਕਿਹੜੀ ਹੋਈ ਸੀ। ਤੇ ਜਿਹੜਾ ਇਸ ਬੀਬਾ ਨੂੰ ਪੁੱਛੇ ਵੀ ਜਿਹੜਾ ਪਦਮ ਸ਼੍ਰੀ ਅਵਾਰਡ ਤੈਨੂੰ ਮਿਲਿਆ ਉਹ ਅਦਾਕਾਰੀ 'ਚ ਮਿਲਿਆ ਤੇ ਅਦਾਕਾਰੀ ਇੱਕ ਉਸ ਵੱਡੀ ਮਹਾਨ ਔਰਤ ਦੀ ਕਿਰਦਾਰ ਵੀ ਨਿਭਾਇਆ ਸੀ ਇਹਨੇ, ਰਾਣੀ ਲక్ష్ਮੀ ਬਾਈ ਦਾ। ਤੇ ਕੀ ਉਹ ਆਜ਼ਾਦੀ ਲਈ ਨਹੀਂ ਲੜੀ ਸੀ? ਤੇ ਜੇ ਉਹ ਆਜ਼ਾਦੀ ਲਈ ਨਹੀਂ ਲੜੀ ਸੀ ਤੇ ਇਹਨੇ ਉਹ ਕਿਰਦਾਰ ਨਿਭਾ ਕੇ ਆਪਣੇ ਆਪ ਨੂੰ ਆਜ਼ਾਦੀ ਦੀ ਲੜਾਈ ਕਿਉਂ ਪੇਸ਼ ਕੀਤੀ ਉਹਦੇ ਵਿੱਚ, ਜਿਹਦੇ ਵਿੱਚ ਇਹਨੇ ਫਿਲਮ ਬਣਾਈ ਸੀਗੀ। ਉਹਦੇ ਵਿੱਚ ਇਹਨੇ ਆਪਣੇ ਉਹਨੇ ਦੱਸਿਆ ਵੀ ਇਹ ਆਜ਼ਾਦੀ ਦੀ ਲੜਾਈ ਸੀਗੀ ਉਹ ਰਾਣੀ ਲక్ష్ਮੀ ਬਾਈ ਦੀ। ਤੇ ਜੇ ਇਹਨੂੰ ਲੱਗਦਾ ਵੀ ਉਦੋਂ ਆਜ਼ਾਦੀ ਦੀ ਲੜਾਈ ਨਹੀਂ ਸੀ ਤੇ ਉਹਦਾ ਕਿਰਦਾਰ ਨਿਭਾ ਕੇ ਅਵਾਰਡ ਲੈਣ ਵਾਲੇ ਪਾਸੇ ਨੂੰ ਜਾਣ ਦਾ ਇਹਦਾ ਮਕਸਦ ਕੀ ਸੀਗਾ। ਤੇ ਜੇ ਹੁਣ ਅਵਾਰਡ ਮਿਲ ਗਿਆ ਤੇ ਉਸ ਤੋਂ ਬਾਅਦ ਕਹਿਣਾ ਤਾਂ ਕੀ ਸਰਕਾਰ ਜਿਹੜੀ ਇਹੋ ਜਿਹੇ ਗੱਲਾਂ ਨੂੰ ਹਰ ਵੇਲੇ ਦੇਸ਼ ਧਰੋਹ ਦਾ ਇੱਕ ਧਾਰਾ ਲੈ ਕੇ ਬੈਠੀ ਰਹਿੰਦੀ ਆ। ਤੇ ਹੁਣ ਤੱਕ ਇਸ ਜਿਹੜਾ ਇਹਦਾ ਬਿਆਨ ਸੀ ਆਜ਼ਾਦੀ ਬਾਰੇ, ਜਿੱਥੇ ਕਿ ਸ਼ਹੀਦਾਂ ਦਾ ਅਪਮਾਨ ਹੋਇਆ, ਸੁਤੰਤਰਤਾ ਸੈਨਾਨੀਆਂ ਦਾ ਅਪਮਾਨ ਹੋਇਆ, ਜਿਨ੍ਹਾਂ ਨੇ ਬਹੁਤ ਵੱਡੀ ਘਾਲਣਾ ਘਾਲੀ ਸੀਗੀ ਵੀ ਇਹ ਆਪਾਂ ਆਜ਼ਾਦੀ ਲੈ ਲਈਏ, ਤੇ ਉਹਨਾਂ ਦਾ ਅਪਮਾਨ ਹੋਇਆ ਤੇ ਸਰਕਾਰ ਦੇ ਵੱਲੋਂ ਹਜੇ ਤੱਕ ਵੀ ਚੁੱਪ ਧਾਰੀ ਬੈਠੇ ਆ ਵੀ ਇਹ ਲੋਕ ਵਾਕਈ ਪੁੱਛਦੇ ਆ, ਸਵਾਲ ਖੜੇ ਕਰਦੇ ਆ ਵੀ ਇਹਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਬਣਦਾ ਕਿ ਨਹੀਂ ਬਣਦਾ। ਬਿਲਕੁਲ ਸ਼ੇਰਗਿੱਲ ਸਾਹਿਬ, ਇਹੀ ਜੇਕਰ ਕਿਸੇ ਵਿਰੋਧੀ ਪਾਰਟੀ ਦੇ ਲੀਡਰ ਨੇ ਕਿਹਾ ਹੁੰਦਾ, ਕਿਸੇ ਛੋਟੇ ਮੋਟੇ ਨੇਤਾ ਨੇ ਵੀ ਕਿਹਾ ਹੁੰਦਾ, ਤੇ ਹੁਣ ਤੱਕ ਜਿਸ ਤਰ੍ਹਾਂ ਦੀਆਂ ਡਿਬੇਟ ਗੋਦੀ ਮੀਡੀਆ ਨੇ ਕੀਤੀ ਸੀ ਕਰਨੀ ਸੀ ਉਸ ਦਾ ਕੋਈ ਕਹਿਣਾ ਹੀ ਨਹੀਂ ਹੋਣਾ ਸੀ। ਕਿਉਂਕਿ ਹੁਣ ਕੰਗਨਾ ਰਣੌਤ ਨੇ ਕਹਿ ਦਿੱਤਾ, ਹੁਣ ਇਸ ਨੂੰ ਡਿਬੇਟ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ, ਨਾ ਕੋਈ ਇਸ ਮੁੱਦੇ ਦੇ ਉੱਪਰ ਜ਼ਿਆਦਾ ਚਰਚਾ ਕਰਨਾ ਚਾਹੁੰਦਾ ਹੈ। ਇੱਕ ਗੱਲ। ਦੂਸਰੀ ਗੱਲ, ਲਗਾਤਾਰ ਹੁਣ ਮੰਗ ਉੱਠ ਰਹੀ ਹੈ ਕਿ ਕੰਗਨਾ ਰਣੌਤ ਦੇ ਕੋਲੋਂ ਪਦਮ ਸ਼੍ਰੀ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ। ਸ਼ਿਵ ਸੈਨਾ ਮਹਾਰਾਸ਼ਟਰ ਦੇ ਵਿੱਚ ਵੀ ਲਗਾਤਾਰ ਸ਼ਿਵ ਸੈਨਾ ਸਰਕਾਰ ਵੀ ਕਹਿ ਰਹੀ ਹੈ, ਅਲੱਗ-ਅਲੱਗ ਥਾਵਾਂ ਦੇ ਉੱਪਰ ਵੀ ਦੇਸ਼ ਦੇ ਵਿੱਚ ਲਗਾਤਾਰ ਇਸ ਵਿਰੋਧ ਇਸ ਦਾ ਹੋ ਰਿਹਾ ਕਿ ਪਦਮ ਸ਼੍ਰੀ ਵਾਪਸ ਲਿਆ ਜਾਣਾ ਚਾਹੀਦਾ। ਤੇ ਅੱਗੇ ਮੈਡਮ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦੇ ਦੋਗੇ ਨਾ ਤਾਂ ਮੈਂ ਆਪਣਾ ਪਦਮ ਸ਼੍ਰੀ ਵਾਪਸ ਕਰ ਦਿਆਂਗੀ, ਪਰ ਮੈਂ ਆਪਣੇ ਉਸ ਬਿਆਨ ਦੇ ਉੱਪਰ ਖੜੀ ਆਂ, ਅੜਿਗ ਆਂ ਕਿ ਇਹ ਆਜ਼ਾਦੀ ਭੀਖ 'ਚ ਹੀ ਮਿਲੀ ਹੋਈ ਹੈ। 2014 ਦੇ ਵਿੱਚ ਅਸਲ ਆਜ਼ਾਦੀ ਇਹਨਾਂ ਨੂੰ ਮਿਲੀ ਹੈ। ਤੇ 2014 'ਚ ਕਿਹੜੀ ਜੰਗ ਹੋਈ ਹੈ ਮੈਡਮ, ਇਹ ਵੀ ਸਮਝਾ ਦੇਣ। ਫਿਰ ਉਹ ਕਹਿੰਦੀ ਆ ਵੀ ਜਿਹੜਾ ਮੇਰਾ 47 ਵਾਲਾ ਬਿਆਨ ਗਲਤ ਸਾਬਤ ਕਰ ਦਿਓ ਤੇ ਫਿਰ ਮੈਂ ਅਵਾਰਡ ਵਾਪਸ ਲੈ ਲਾਂਗੀ। ਤੇ ਜਿੱਦਣ ਤੋਂ ਉਹ ਬਿਆਨ ਦਿੱਤਾ ਆ ਉਦੋਂ ਤੋਂ ਲੈ ਕੇ ਸਹੀ ਕਿਹਨੇ ਸਾਬਤ ਕੀਤਾ ਆ? ਦੋ ਚਾਰ ਬੰਦੇ ਉਹਦੇ ਨਾਲ ਰਲ ਗਏ, ਵੱਖਰੀ ਗੱਲ ਆ। ਉਹ ਉਸ 47 ਵਾਲੇ ਨਹੀਂ ਵੀ ਪੈਦਾਇਸ਼ ਹੋ ਸਕਦੀ ਆ, ਪੈਦਾਇਸ਼ ਇਹਦੀ ਵੀ ਬਹੁਤ ਦੇਰ ਦੀ ਆ, ਪਰ ਆਪਾਂ ਇਤਿਹਾਸ ਤਾਂ ਪੜ੍ਹਦੇ ਹੀ ਆ ਨਾ।
47 ਤੋਂ ਪਹਿਲਾਂ ਦਾ ਵੀ ਪੜ੍ਹਦੇ ਆ ਤੇ 47 ਤੋਂ ਬਾਅਦ ਦਾ ਵੀ ਪੜ੍ਹਦੇ ਆ, ਤਾਂ ਹੁਣ ਤੱਕ ਦਾ ਆਪਾਂ ਦੇਖਦੇ ਆਏ ਵੀ ਕਿਸ ਤਰੀਕੇ ਨਾਲ ਉਦੋਂ ਜਿਹੜਾ ਇੱਕ ਘੱਲੂਘਾਰਾ ਹੀ ਸੀਗਾ, ਜਦੋਂ ਦੇਸ਼ ਦੀ ਵੰਡ ਹੋਈ ਸੀ ਤੇ ਦੁਨੀਆ ਉਦੋਂ ਕਿੰਨੀ ਕੁ ਮਰੀ ਸੀ ਤੇ ਕਿੰਨੇ ਕੁ ਜਿਹੜੇ ਉਹ ਵਿਸਥਾਪਿਤ ਹੋਏ ਸੀ, ਹਿਜਰਤ ਕਰ ਗਏ ਸੀ, ਬੇਘਰ ਹੋ ਗਏ ਸੀਗੇ। ਤੇ ਜੇ ਆਪਾਂ ਉਸ ਉਦੋਂ ਦੇ ਹਾਲਾਤ ਨੂੰ ਮੁੱਖ ਰੱਖ ਕੇ ਆਪਾਂ ਜੇ ਕਹੀਏ ਵੀ ਉਦੋਂ ਜੰਗ ਹੀ ਨਹੀਂ ਲੜੀ ਗਈ ਸੀ, ਤੇ ਫਿਰ ਜੰਗ ਲੜਨ ਵੇਲੇ ਜੇ ਆਪਾਂ ਕਹੀਏ ਵੀ ਸ਼ਹੀਦ ਭਗਤ ਸਿੰਘ ਹੋਣੀ ਜਿਨ੍ਹਾਂ ਨੂੰ ਕਿ ਫਾਂਸੀ ਚੜਾਤਾ ਗਿਆ ਸੀ, ਸ਼ਹੀਦ ਊਧਮ ਸਿੰਘ ਹੋਣੀ ਜਿਨ੍ਹਾਂ ਨੇ ਜਾ ਕੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਸੀ ਇੰਗਲੈਂਡ ਜਾ ਕੇ, ਫਿਰ ਕਰਤਾਰ ਸਿੰਘ ਸਰਾਭਾ ਹੋਇਆ, ਤੇ ਕੀ ਉਹ ਬਿਨਾਂ ਜੰਗ ਤੋਂ ਹੀ ਇਹਨਾਂ ਨੂੰ ਉੱਥੇ ਫਾਂਸੀ ਤੇ ਚੜਾਤਾ ਸੀਗਾ, ਜਾਂ ਬਿਨਾਂ ਜੰਗ ਤੋਂ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ? 14 ਵਿੱਚ ਕਿਹੜੀ ਜੰਗ ਤੇ ਹੋਈ? 14 ਦੇ ਵਿੱਚ ਇਹੋ ਜੀ ਕਿਹੜੀ ਜੰਗ? ਲੋਕ ਸਭਾ ਦੀ ਚੋਣਾਂ ਹੋਈਆਂ ਸੀ। ਇਹ ਉਹਨੂੰ ਜੰਗ ਦੱਸਦੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਦੇਖੋ ਉਹਦਾ ਮਕਸਦ ਤਾਂ ਚੋਣਾਂ ਤੱਕ ਹੈ ਨਾ, ਹੋ ਸਕਦਾ ਗਾ ਉਹਨੂੰ ਟਿਕਟ ਵੀ ਮਿਲ ਜਾਏ 24 ਦੇ ਵਿੱਚ। ਇਹੋ ਜਿਹੇ ਬਿਆਨ ਦੇ ਕੇ ਕਈ ਲੀਡਰ ਬਣ ਜਾਂਦੇ ਆ, ਜਿਵੇਂ ਉਹ ਪਿੱਛੇ ਜੇ ਇੱਕ ਸੂਬੇ ਦਾ ਸੀਐਮ ਨੇ ਕਹਿੰਦਾ ਸੀਗਾ, ਕਹਿੰਦਾ ਜੇਲ੍ਹ ਜਾਣੇ ਕੇ ਬਾਅਦ ਹੀ ਬੰਦਾ ਲੀਡਰ ਬਣਤਾ ਹੈ, ਖੱਟੜ ਸਾਹਿਬ। ਹਾਂ, ਉਹ ਗੱਲ ਹੈ ਨਾ ਵੀ ਹੁਣ ਇਹ ਵੀ 24 ਤੱਕ ਦਾ ਆਪਣਾ ਆਧਾਰ ਨਾ ਤਿਆਰ ਕਰਦੀ ਹੋਵੇ ਤੇ 2024 ਚ ਫੇਰ ਜੰਗ ਹੋਣ ਵਾਲੀ ਆ। ਬਿਲਕੁਲ, ਉਹ ਫਿਰ ਹਰ 5 ਸਾਲ ਬਾਅਦ ਜੰਗ ਇਹਦੇ ਲਈ ਹੁੰਦੀ ਆ। ਜਿਹੜੀ ਅਸਲੀ ਜੰਗ ਉਹ ਭੁੱਲ ਗਈ, ਜਿਹੜੀ ਇਹ ਲੋਕਾਂ ਨੂੰ ਇੱਕ ਮੂਰਖ ਬਣਾਉਣ ਵਾਲੀ, ਲੋਕਾਂ ਨੂੰ ਲੁੱਟਣ ਵਾਲੀ ਜੰਗ ਨੂੰ ਜੰਗ ਕਹਿ ਰਹੀ ਆ। ਇਹਦੇ ਬਾਬਤ ਸੈਂਟਰ ਸਰਕਾਰ, ਈਵਨ ਕਿ ਜਿਹੜੇ ਉਹ ਅਵਾਰਡ ਦੇਣ ਵਾਲੀ ਜਿਊਰੀ ਆ, ਉਹਦੇ ਤੇ ਵੀ ਲੋਕ ਸਵਾਲ ਕਰਦੇ ਆ ਵੀ ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਏਡਾ ਵੱਡਾ ਅਵਾਰਡ ਇੰਨਾ ਸੌਖਾ ਮਿਲ ਜਾਂਦਾ। ਬਿਲਕੁਲ, ਤੇ ਵੀ ਕਈਆਂ ਨੇ ਲੈ ਜਾਣਾ ਸੀਗਾ। ਜੇ ਇਹੋ ਜਿਹੇ ਬਿਆਨਬਾਜ਼ੀ ਕਰਕੇ ਅਵਾਰਡ ਕਿਸੇ ਨੇ ਲੈਣਾ ਹੁੰਦਾ, ਇਹ ਅਵਾਰਡ ਦੀ ਬਹੁਤ ਮਹਿਨੇ ਆ, ਮਤਲਬ ਇਹਦਾ ਲੈਵਲ ਬਹੁਤ ਉੱਚਾ ਆ। ਇਹ ਸਰਕਾਰ ਨੂੰ ਵੀ ਹਾਲੇ ਤੱਕ ਵੀ ਮੇਰੇ ਖਿਆਲ ਹੈ ਵੀ ਕਦੇ ਇਹਨੇ ਮਾਫੀ ਆਪ ਤਾਂ ਕੀ ਮੰਗਣੀ ਹੈ, ਸਗੋਂ ਉਹਦੇ ਉੱਤੇ ਸਵਾਲ ਖੜਾ ਕਰ ਰਹੀ ਲੋਕਾਂ ਤੇ ਵੀ ਮੈਨੂੰ ਗਲਤ ਸਾਬਤ ਕਰ ਦਿਓ। ਤੇ ਗਲਤ ਸਾਬਤ ਕਰਨ ਲਈ ਕਿਤਾਬਾਂ ਆ, ਐਡੇ ਐਡੇ ਮਹਾਨ ਕੋਸ਼ ਲਿਖੇ ਹੋਆ, ਉਹ ਸਾਰਾ ਕੁਝ ਦੱਸ ਰਹੇ ਆ, ਤੇ ਕਿਸੇ ਦੇ ਕਹਿਣ ਨਾਲ ਗਲਤ ਸਾਬਤ ਜਾਂ ਸਹੀ ਸਾਬਤ ਨਹੀਂ ਹੋ ਸਕਦਾ। ਆਪਣੇ ਆਪ ਹੀ ਇਹਨੂੰ ਥੋੜਾ ਜਿਹਾ ਝਾਤ ਮਾਰਨੀ ਚਾਹੀਦੀ ਇਤਿਹਾਸ ਵੱਲ, ਸਾਡਾ ਜਿਹੜਾ ਵਿਰਸਾ ਕਿੱਦਾਂ ਦਾ ਸੀਗਾ। ਬਿਲਕੁਲ ਸ਼ੇਰਗਿੱਲ ਸਾਹਿਬ, ਜਦੋਂ ਇਹਨਾਂ ਨੂੰ ਨੈਸ਼ਨਲ ਅਵਾਰਡ ਨਹੀਂ ਮਿਲੇ ਸੀ ਨਾ ਕੰਗਨਾ ਰਣੌਤ ਹੋਰਾਂ ਨੂੰ, ਤੇ ਜੇਕਰ ਉਹਨਾਂ ਦੀ ਕੋਈ ਗੱਲ ਹੁੰਦੀ ਸੀ ਨਾ, ਕਿਉਂਕਿ ਪਿਛਲੇ ਦਿਨੀ ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਲੱਗਦੀ ਹੈ ਲੇਡੀ, ਤੇ ਜੇਕਰ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੋਵੇ ਨਾ, ਉਹ ਕੁਝ ਵੀ ਇਦਾਂ ਦੀ ਗੱਲਾਂ ਕਰਦਾ ਰਹੇ ਜਾਂ ਕੁਝ ਵੀ ਇਦਾਂ ਦੀ ਕਾਰਵਾਈ ਕਰੇ, ਉਹਨੂੰ ਕੁਝ ਕਿਹਾ ਨਹੀਂ ਜਾਂਦਾ, ਕਹਿ ਦਿੰਦਾ ਬੰਦਾ ਕਿ ਪਾਗਲ ਹੈ, ਧਿਆਨ ਨਹੀਂ ਦਿੰਦਾ ਕੋਈ। ਅਸੀਂ ਲੋਕ ਚਰਚਾ ਵੀ ਕਰਨੀ ਛੱਡ ਦਿੱਤੀ ਸੀ ਕਿ ਚਲੋ ਛੱਡੋ, ਇਹ ਤਾਂ ਮਾਨਸਿਕ ਤੌਰ ਤੇ ਪਰੇਸ਼ਾਨ ਜਾਪਦੀ ਹੈ। ਪਰ ਜਦੋਂ ਸਰਕਾਰਾਂ ਅਜਿਹੇ ਲੋਕਾਂ ਨੂੰ ਪਦਮ ਸ਼੍ਰੀ ਵਰਗੇ ਜੋ ਪੁਰਸਕਾਰਾਂ ਦੇ ਨਾਲ ਸਨਮਾਨਿਤ ਕਰ ਦਿੰਦੀਆਂ ਨੇ, ਫਿਰ ਉਹ ਚੀਜ਼ਾਂ ਸਾਰੀਆਂ ਲੁਕ ਜਾਂਦੀਆਂ ਨੇ। ਫਿਰ ਆਂਦੀ ਕਿ ਇਹ ਸ਼ਖਸੀਅਤ ਐਡੀ ਵੱਡੀ ਹੈ ਜਿਸ ਦੇ ਬਾਰੇ ਅਸੀਂ ਗੱਲ ਵੀ ਨਹੀਂ ਕਰ ਰਹੇ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਇਸ ਨੂੰ ਪਦਮ ਸ਼੍ਰੀ ਮਿਲਿਆ। ਸਵਾਲ ਵੀ ਉੱਥੇ ਆ ਜਾਂਦਾ ਨਾ ਵੀ ਦੇਸ਼ ਦਾ ਸਵਾਲ ਆ ਜਾਂਦਾ, ਜਿੱਥੇ ਦੇਸ਼ ਦੀ ਆਜ਼ਾਦੀ ਦਾ ਸਵਾਲ ਆ ਜਾਂਦਾ, ਜਿੱਥੇ ਅਸੀਂ ਆਜ਼ਾਦੀ ਦਾ ਨਿੱਘ ਮੰਨ ਰਹੇ ਹਾਂ। ਤੇ ਜਦੋਂ ਉਸ ਲੇਡੀ ਨੂੰ ਜਾਂ ਬੰਦੇ ਨੂੰ ਅਵਾਰਡ ਇਦਾਂ ਦਾ ਦਿੱਤਾ ਜਾਂਦਾ ਵੀ ਉਹ ਸ਼ੁਰੂ ਤੋਂ ਲੈ ਕੇ ਉਹਨਾਂ ਦਾ ਹੀ ਪੱਖ ਪੂਰਦਾ ਰਿਹਾ ਸਰਕਾਰ ਦਾ, ਤਾਂ ਫਿਰ ਸਰਕਾਰ ਲੋਕਾਂ ਨੇ ਤਾਂ ਸਵਾਲ ਖੜੇ ਕਰਨਾ ਹੀ ਆ ਵੀ ਸਰਕਾਰਾਂ ਦੇ ਹੱਕ 'ਚ ਡਟੇ ਰਹੋ, ਲੋਕਾਂ ਦੇ ਖਿਲਾਫ ਜਾਂ ਆਮ ਜਨਤਾ ਦੇ ਖਿਲਾਫ ਬੋਲਦੇ ਰਹੋ, ਨਫ਼ਰਤ ਫੈਲਾਉਣ ਦੀ ਗੱਲ ਕਰ ਦਿਓ। ਇੱਥੋਂ ਤੱਕ ਕਿ ਤਾਂ ਹੀ ਇਹਦੇ ਜਿਹੜੇ ਸੋਸ਼ਲ ਅਕਾਊਂਟ ਬੰਦ ਕਰਤੇ ਸੀਗੇ। ਫਿਰ ਵੀ ਸਰਕਾਰ ਨੇ ਨਹੀਂ ਸੋਚਿਆ ਵੀ ਜੇ ਇੱਕ ਸੋਸ਼ਲ ਮੀਡੀਆ ਤੇ ਜਿੱਥੇ ਉਹ ਇੱਕ ਸ਼ਿਕੰਜਾ ਕੱਸਣਾ ਚਾਹੁੰਦੀ ਆ, ਸਰਕਾਰ ਦਾ ਵੀ ਇੱਕ ਕੋਸ਼ਿਸ਼ ਹੈ ਨਾ ਵੀ ਉਹਨਾਂ ਸੋਸ਼ਲ ਮੀਡੀਆ ਵਾਲੇ ਅਕਾਊਂਟਾਂ ਦੇ ਉੱਤੇ ਦੇਸ਼ ਨੂੰ ਵੰਡਣ ਦੀਆਂ ਜਾਂ ਨਫ਼ਰਤ ਫੈਲਾਉਣ ਦੀਆਂ ਕਾਰਵਾਈਆਂ ਜਾਂ ਗੱਲਾਂ ਹੁੰਦੀਆਂ ਆ, ਉਹਨਾਂ ਨੂੰ ਤੁਸੀਂ ਇਹ ਕਾਬੂ ਕਰਕੇ ਤੇ ਇਹਨਾਂ ਨੂੰ ਡਿਲੀਟ ਕਰ ਦਿਓ। ਜੇ ਉਹ ਡਿਲੀਟ ਕੀਤੇ ਅਕਾਊਂਟ ਤੇ ਜੇ ਤੁਸੀਂ ਹੀ ਕਾਰਵਾਈ ਨੂੰ ਨਹੀਂ ਮੰਨਦੇ ਸਹੀ, ਤਾਂ ਫਿਰ ਉਹਨਾਂ ਦੇ ਡਿਲੀਟ ਕੀਤਿਆਂ ਦਾ ਕੀ ਫਾਇਦਾ? ਉਹ ਕਹਿਣਗੇ ਵੀ ਅਸੀਂ ਤਾਂ ਦੇਖੋ ਇਸ ਗੱਲ ਨੂੰ ਕਾਬੂ 'ਚ ਕਰ ਰਹੇ ਆ, ਤੁਸੀਂ ਉਹਨਾਂ ਨੂੰ ਫੇਰ ਅਵਾਰਡ ਦੇ ਰਹੇ। ਬਿਲਕੁਲ। ਸੋ ਪਦਮ ਸ਼੍ਰੀ ਵਰਗੇ ਜੋ ਪੁਰਸਕਾਰ ਦਾ ਜੋ ਮਾਨ ਸਨਮਾਨ ਹੈ, ਇਸ ਘਟਨਾ ਤੋਂ ਬਾਅਦ, ਉਸਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਇਹ ਮਜ਼ਾਕ ਬਣ ਗਿਆ। ਜਿਵੇਂ ਤੁਸੀਂ ਵੀ ਕਿਹਾ ਕਿ ਜਿਊਰੀ ਤੇ ਵੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ। ਹੁਣ ਲਗਾਤਾਰ ਮੰਗ ਵੀ ਉੱਠ ਰਹੀ ਹੈ ਕਿ ਪਦਮ ਸ਼੍ਰੀ ਵਰਗਾ ਸਨਮਾਨ ਇਸ ਦੇ ਕੋਲੋਂ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਦੀ ਬਿਆਨਬਾਜ਼ੀ ਇਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ, ਤੇ ਗਲਤ ਬਿਆਨ ਦੇਣ ਤੋਂ ਬਾਅਦ ਵੀ ਉਸੇ ਬਿਆਨ ਤੇ ਅੜਿੱਗ ਹੈ, ਤੇ ਹੁਣ ਭਾਜਪਾ ਵਾਲੇ ਕਿਉਂ ਨਹੀਂ ਵਿਰੋਧ ਕਰ ਰਹੇ, ਇਹ ਵੀ ਵੱਡਾ ਸਵਾਲ ਖੜਾ ਹੋ ਰਿਹਾ ਹੈ। ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸੋਨੂ ਸੂਦ ਵਰਗੇ ਅਦਾਕਾਰ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਬੜੀ ਮਿਹਨਤ ਕੀਤੀ, ਸੇਵਾ ਕੀਤੀ, ਉਹਨਾਂ ਨੂੰ ਅਣਗੌਲਿਆ ਗਿਆ, ਤੇ ਅਜਿਹੀ ਅਦਾਕਾਰਾ ਜਿਹੜੀ ਕਿ ਕਰੋਨਾ ਦੇ ਦੌਰਾਨ ਲੋਕਾਂ ਨੂੰ ਮੈਂਟਲੀ ਡਿਸਟਰਬ ਕਰਨ ਤੱਕ ਆਈ ਹੋਈ ਸੀ, ਜਿਸ ਨੂੰ ਬਲੌਕ ਕਰ ਦਿੱਤਾ ਗਿਆ ਸੀ, ਇੰਨੀ ਨਫ਼ਰਤ ਫੈਲਾਈ ਜਿਸ ਨੇ ਬੈਠ ਕੇ, ਉਸ ਨੂੰ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਸੋਨੂ ਸੂਦ ਹੋਰਾਂ ਦੀ ਗੱਲ ਕਰ ਲੈਂਦੇ ਆ। ਉਹਨਾਂ ਨੂੰ ਪੁਰਸਕਾਰ ਨਹੀਂ ਮਿਲੇ, ਕਿਤੇ ਨਾ ਕਿਤੇ ਰੋਸ ਜ਼ਰੂਰ ਹੈ, ਪਰ ਸੂਦ ਸਾਹਿਬ ਵੀ ਸੇਵਾ ਤੋਂ ਬਾਅਦ ਹੁਣ ਸਿਆਸਤ 'ਚ ਐਂਟਰੀ ਆਪਣੀ ਭੈਣ ਦੇ ਜ਼ਰੀਏ, ਮਾਲਵਿਕਾ ਦੇ ਜ਼ਰੀਏ ਜੋ ਕਰਨਾ ਚਾਹੁੰਦੇ ਨੇ। ਕੀ ਲੱਗਦਾ ਹੈ ਕਿ ਸੋਨੂ ਸੂਦ ਨੂੰ ਸਿਆਸਤ ਰਾਸ ਆਏਗੀ? ਸੇਵਾ ਤਾਂ ਕਾਫੀ ਰਾਸ ਆਈ ਹੈ। ਦੇਖੋ, ਸਮਾਜ ਸੇਵਾ ਤੇ ਸਿਆਸਤ ਦੋਨੇ ਬਿਲਕੁਲ ਉਲਟੇ ਆ। ਬਿਲਕੁਲ। ਸਮਾਜ ਸੇਵਾ ਦੇ ਵਿੱਚ ਬੰਦਾ ਜਿੰਨੀ ਸੇਵਾ ਕਰਦਾ ਆ, ਜਿੰਨੀ ਵੱਧ ਤੋਂ ਵੱਧ ਲੋਕਾਂ ਲਈ ਤਤਪਰ ਰਹਿੰਦਾ ਆ, ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ, ਤੇ ਉਹਦਾ ਨਾਂ ਬਣਦਾ। ਤੇ ਸਿਆਸਤ ਵਿੱਚ ਆ ਕੇ ਉਹੀ ਨਾਂ ਗਵਾ ਜਾਂਦਾ। ਨਾਂ ਦੇ ਉੱਤੇ ਸਿਆਸਤ ਦਾ ਇੱਕ
ਪਰਦਾ ਪੈ ਜਾਂਦਾ ਵੀ ਹੁਣ ਇਹ ਫਲਾਨੀ ਪਾਰਟੀ ਨਾਲ ਸੰਬੰਧਿਤ ਆ, ਹੁਣ ਇਹ ਫਲਾਨੀ ਪਾਰਟੀ ਲਈ ਕੰਮ ਕਰਦਾ ਆ। ਸਮਾਜ ਸੇਵਾ ਦੇ ਵਿੱਚ ਆਉਂਦਾ ਉਹ ਹਰ ਵਰਗ ਦਾ ਸਾਂਝਾ ਬੰਦਾ ਹੁੰਦਾ, ਤੇ ਜੋ ਨਾਮਣਾ ਜੋ ਮਸ਼ਹੂਰੀ ਇਸ ਹਸਤੀ ਨੇ, ਸੋਨੂ ਸੂਦ ਨੇ ਕਰੋਨਾ ਕਾਲ ਦੇ ਵਿੱਚ ਖੱਟੀ ਸੀ, ਉਹਦੀ ਵਾਹ ਜਿਹੜੀ ਹੈ ਨਾ ਲੋਕਾਂ ਨੇ, ਮਤਲਬ ਜਿੱਥੇ ਵੀ ਕਿਸੇ ਦੀ ਸੇਵਾ ਹੋਈ ਆ ਉਹਨਾਂ ਨੇ ਆਪੋ ਆਪਣੇ ਘਰਾਂ ਤੱਕ ਪਹੁੰਚ ਕੇ ਇਹਨੂੰ ਰੱਬ ਮੰਨਣਾ ਸ਼ੁਰੂ ਕਰਤਾ ਸੀਗਾ। ਮੰਦਿਰ ਤੱਕ ਇਹਦੇ ਬਣਾਤੇ ਸੀਗੇ। ਇਹਦੀਆਂ ਜਿਹੜੇ ਤਸਵੀਰਾਂ ਆ ਆਪੋ ਆਪਣੀ, ਚਾਹੇ ਕੋਈ ਦੁਕਾਨ ਆ, ਚਾਹੇ ਕੋਈ ਆਫਿਸ ਆ, ਚਾਹੇ ਘਰ ਆ, ਉਹਨਾਂ ਦੇ ਬਾਹਰ ਲਾਤੀਆਂ ਸੀਗੀਆਂ ਵੀ ਸਾਡੇ ਲਈ ਤਾਂ ਇਹ ਮਸੀਹਾ ਬਣ ਕੇ ਆਇਆ ਸੀਗਾ। ਪਰ ਫਿਰ ਵੀ ਜਿਹੜੀ ਲਲਕ ਆ ਜਾਂ ਇੱਕ ਚਾਹਤ ਆ ਜਾਂ ਕਹਿ ਦੋ ਲਾਲਚ ਆ, ਉਹ ਕੁਛ ਹੱਦ ਤੱਕ ਸੀਮਤ ਰਵੇ ਤੇ ਚੰਗਾ ਹੁੰਦਾ। ਸਿਆਸਤ ਵਾਲੇ ਪਾਸੇ ਸੋਨੂ ਸੂਦ ਦਾ ਆਉਣਾ, ਜਿਹੜੀ ਇਹਦੀ ਨਾਮਣਾ ਖੱਟਣ ਦੀ ਹੈਸੀਅਤ ਸੀ, ਉਹਨੂੰ ਵਾਕਿਆ ਘਟਾਉਣ ਦੇ ਬਰਾਬਰ ਆ। ਬੇਸ਼ੱਕ ਆਪ ਚਾਹੇ ਨਹੀਂ ਆਏ, ਉਹਦੀ ਆਪਣੀ ਭੈਣ ਨੂੰ ਉਤਾਰ ਰਹੇ ਮੈਦਾਨ ਦੇ ਵਿੱਚ, ਪਰ ਨਾ ਤਾਂ ਸੋਨੂ ਸੂਦ ਦਾ ਹੀ ਚੱਲਣਾ। ਤੇ ਜਦੋਂ ਪਿੱਛੇ ਜਿਹੇ ਅਰਵਿੰਦ ਕੇਜਰੀਵਾਲ ਦੇ ਨਾਲ ਬੈਠ ਕੇ ਉਹਨਾਂ ਨੇ ਇਹਨਾਂ ਨੂੰ ਬ੍ਰਾਂਡ ਐਂਬੈਸਡਰ ਦਿੱਲੀ ਦਾ ਬਣਾਇਆ ਸੀ, ਉਦੋਂ ਵੀ ਇਹ ਕਿਆਸ ਰਾਈਆਂ ਰੌਲਾ ਸ਼ੁਰੂ ਹੋ ਗਿਆ ਸੀਗਾ ਤੇ ਸੋਨੂ ਸੂਦ ਹੁਣੀ ਆਮ ਆਦਮੀ ਪਾਰਟੀ 'ਚ ਜਾ ਰਹੇ ਆ। ਤੇ ਮੈਨੂੰ ਲੱਗਦਾ ਵੀ ਜਿਹੜਾ ਕੰਗਣਾ ਦਾ ਅਵਾਰਡ ਆ ਉਹ ਇਹਨਾਂ ਇਸੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਨਾਲ ਸੋਨੂ ਸੂਦ ਦੇ ਬੈਠਣ ਕਰਕੇ ਹੋ ਸਕਦਾ ਜਿਊਰੀ 'ਚ ਵਿੱਚ ਇਹ ਲਿਸਟ ਨਾ ਸੀਗਾ, ਉਹ ਉਥੋਂ ਕੱਟਿਆ ਗਿਆ। ਤੇ ਜਦੋਂ ਹੁਣ ਕੱਟਿਆ ਗਿਆ ਤਾਂ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਦਾਲ ਕਿੰਨੀ ਕੁ ਗਲੀ, ਕਿੰਨੀ ਕੁ ਨਹੀਂ ਗਲੀ, ਜਾਂ ਅੱਧ ਪਚੱਦੀ ਰਹਿ ਗਈ, ਜਾਂ ਉਹਨਾਂ ਨੇ ਸਵੀਕਾਰ ਨਹੀਂ ਕੀਤਾ, ਜਾਂ ਇਹਨਾਂ ਨੇ ਕੋਈ ਨਵੀਂ ਡਿਮਾਂਡ ਰੱਖਤੀ ਜਿਹੜੀ ਉਹਨਾਂ ਨੇ ਪੂਰੀ ਨਹੀਂ ਕਰਨੀ ਸਮਝੀ। ਉਸ ਤੋਂ ਬਾਅਦ ਫਿਰ ਇਹਨਾਂ ਦੀ ਇੱਕ ਚਰਚਾ ਆਈ ਕਿ ਮੁੱਖ ਮੰਤਰੀ ਚੰਨੀ ਸਾਹਿਬ ਨਾਲ ਚੰਡੀਗੜ੍ਹ ਗੁਪਤ ਮੀਟਿੰਗ ਹੋਈ ਆ। ਉਸ ਤੋਂ ਬਾਅਦ ਫਿਰ ਜਦੋਂ ਸਿਆਸਤ ਦੁਬਾਰਾ ਖੁੱਲੀ, ਪਹਿਲਾਂ ਵੀ ਸੋਨੂ ਸੂਦ ਹੁਣ ਤਾਂ ਵਾਕਈ ਸਿਆਸਤ 'ਚ ਆਊਗਾ। ਤੇ ਜਦੋਂ ਪ੍ਰੈਸ ਕਾਨਫਰੰਸ ਕਰਨੀ ਸੀ ਮੋਗੇ, ਤੇ ਉਹਨਾਂ ਦਾ ਇਹ ਸੀ ਕਿ ਪਾਰਟੀ ਦਾ ਵੀ ਐਲਾਨ ਕਰ ਦੇਣਗੇ, ਪਰ ਫਿਲਹਾਲ ਉਹਨਾਂ ਨੇ ਇੱਕ ਪੱਤਾ ਖੇਲ ਦਿੱਤਾ ਤੇ ਮੇਰੀ ਭੈਣ 2022 ਦੀਆਂ ਚੋਣਾਂ ਵਿਧਾਨ ਸਭਾ ਦੀਆਂ ਪੰਜਾਬ ਦੀਆਂ ਲੜੂਗੀ ਵੀ ਮੋਗੇ ਤੋਂ, ਪਰ ਪਾਰਟੀ ਕਿਹੜੀ ਹੋਊਗੀ ਇਹ ਹਜੇ ਕੋਈ ਖੁਲਾਸਾ ਨਹੀਂ ਕੀਤਾ। ਮਤਲਬ ਉਹਨਾਂ ਨੇ ਆਪਣਾ ਦਾ ਖੇਲ ਦਿੱਤਾ, ਹੁਣ ਪਾਰਟੀ ਕਿਹੜੀ ਇਹਨਾਂ ਤੇ ਦਾ ਖੇਲਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਫਿਰ ਦੁਬਾਰਾ ਮੈਂ ਇਹ ਕਹਿਣਾ ਚਾਹੂੰਗਾ ਕਿ ਸਮਾਜ ਸੇਵਾ ਔਰ ਸਿਆਸਤ ਬਿਲਕੁਲ ਉਲਟਿਆ। ਜੇ ਜਿਹੜਾ ਨਾਮਣਾ ਸਮਾਜ ਸੇਵਾ 'ਚ ਖੱਟਿਆ ਜਾਣਾ, ਉਹਦੇ ਸਾਰੀ ਬਦਨਾਮੀ ਸਿਆਸਤ 'ਚੋਂ ਮਿਲ ਜਾਣੀ। ਜਦੋਂ ਇਨਸਾਨ ਸਮਾਜ ਸੇਵਾ ਕਰਦਾ ਹੈ ਤਾਂ ਲੋਕ ਨਾ ਉਸਦੇ ਚੰਗੇ ਪੱਖ ਦੇਖਦੇ ਨੇ, ਉਸ ਇਨਸਾਨ ਦੀਆਂ ਚੰਗੀਆਂ ਗੱਲਾਂ, ਸ਼ਖਸੀਅਤ ਦੇ ਬਾਰੇ ਦੇਖਦੇ ਨੇ। ਪਰ ਜਦੋਂ ਇਨਸਾਨ ਸਿਆਸਤ 'ਚ ਆ ਜਾਂਦਾ ਨਾ, ਫਿਰ ਉਹਦੇ ਜਿਹੜੇ ਪੋਤੜੇ ਫਰੋਲੇ ਦਿੰਦੇ ਸਾਰੇ ਅਗਲੇ ਪਿਛਲੇ ਸਭ ਫਰੋਲ ਦਿੰਦੇ। ਉਹ ਚੀਜ਼ਾਂ ਕੱਢੀਆਂ ਜਾਂਦੀਆਂ, ਸਾਹਮਣੇ ਲਿਆਂਦੀਆਂ ਜਾਂਦੀਆਂ ਨੇ ਜਿਹੜੀਆਂ ਉਸਦੇ ਨੈਗੇਟਿਵ ਜਾਂ ਸੋਚਿਆ ਵੀ ਨਹੀਂ ਹੋਣਾ ਕਦੇ ਉਹਨੇ। ਬਿਲਕੁਲ। ਸੋ ਹੁਣ ਦੇਖਣਾ ਹੋਏਗਾ ਕਿ ਸੋਨੂ ਸੂਦ ਦੀ ਜੋ ਭੈਣ ਮਾਲਵਿਕਾ ਦੇ ਜਰੀਏ ਜੋ ਸਿਆਸਤ 'ਚ ਐਂਟਰੀ ਹੋ ਰਹੀ ਹੈ, ਕਿਉਂਕਿ ਮਾਲਵਿਕਾ ਨੂੰ ਕੌਣ ਜਾਣਦਾ, ਸੋਨੂ ਸੂਦ ਦੀ ਭੈਣ ਮਾਲਵਿਕਾ, ਹਨਾ। ਉਸ ਤੋਂ ਬਾਅਦ ਹੁਣ ਭੈਣ ਦੇ ਜਰੀਏ ਜੋ ਸਿਆਸਤ 'ਚ ਐਂਟਰੀ ਹੋ ਰਹੀ ਹੈ, ਉਸਦਾ ਕੀ ਫਾਇਦਾ ਜਾਂ ਕੀ ਨੁਕਸਾਨ ਹੋਏਗਾ ਸੋਨੂ ਸੂਦ ਦੀ ਸ਼ਖਸੀਅਤ ਨੂੰ, ਇਹ ਵੇਖਣ ਵਾਲਾ ਹੋਏਗਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਜੋ ਬੀਤੇ ਦਿਨੀ ਮਹਾਰਾਣੀ ਪਰਨੀਤ ਕੌਰ ਜਾਂ ਸੰਸਦ ਮੈਂਬਰ ਪਰਨੀਤ ਕੌਰ, ਉਹ ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੂੰ ਮਿਲ ਕੇ ਆਏ ਨੇ। ਕੀ ਗੱਲਬਾਤ ਹੋਈ ਹੈ, ਕੀ ਸੂਚਨਾ ਹੈ? ਦੂਸਰੀ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਆਪਣੇ ਪਤੀ ਸਾਡੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਵੀਂ ਪਾਰਟੀ ਬਣਾਈ ਹੋਈ ਹੈ, ਤੇ ਲੋਕਾਂ ਦੇ ਮਨ 'ਚ ਸਵਾਲ ਹੈ ਕਿ ਹੁਣ ਤਾਂ ਵੱਡਾ ਪਤਨੀ ਧਰਮ ਖੜਾ ਹੋ ਗਿਆ ਹੈ, ਵੱਡਾ ਸੰਕਟ ਖੜਾ ਹੋ ਗਿਆ। ਹੁਣ ਮਹਾਰਾਣੀ ਸਾਹਿਬਾ ਆਪਣੇ ਪਤੀ ਵੱਲ ਜਾਣਗੇ ਜਾਂ ਫਿਰ ਪਾਰਟੀ ਕਾਂਗਰਸ ਵੱਲ ਜਾਣਗੇ? ਨਹੀਂ, ਅਜੇ ਤੱਕ ਤਾਂ ਉਹ ਕਾਂਗਰਸ ਦੇ ਵਿੱਚ ਹੀ ਆ, ਉਹਨਾਂ ਨੇ ਛੱਡਿਆ ਨਹੀਂ ਨਾ। ਤਾਂ ਮੇਰੇ ਖਿਆਲ ਉਹ ਪਤੀ ਦੇ ਨਾਲ ਹੀ ਗਏ ਆ ਤੇ ਨਾ ਹੀ ਉਹਨਾਂ ਨੇ ਕਾਂਗਰਸ ਛੱਡੀ ਆ। ਪਰ ਹਲਚਲ ਜ਼ਰੂਰ ਮਚ ਗਈ ਹੈ ਜਦੋਂ ਉਹ ਮੁੱਖ ਮੰਤਰੀ ਜਦੋਂ ਤੋਂ ਚੰਨੀ ਹੁਣੀ ਬਣੇ ਆ, ਉਸ ਤੋਂ ਬਾਅਦ ਉਹਨਾਂ ਦੀ ਪਹਿਲੀ ਮੁਲਾਕਾਤ ਚੰਡੀਗੜ੍ਹ ਵਿੱਚ ਹੋਈ ਆ। ਔਰ ਉਹ ਆਪਣਾ ਪੂਰਾ ਲਾਓ ਲਸ਼ਕਰ ਪਟਿਆਲੇ ਵਾਲਾ ਲੈ ਕੇ ਗਏ ਸੀ, ਜਿਨ੍ਹਾਂ ਦੇ ਵਿੱਚ ਮੇਅਰ ਵੀ ਆ, ਹੋਰ ਕੌਂਸਲਰ ਵਗੈਰਾ ਜਿੰਨੇ ਕਾਂਗਰਸੀ ਆਗੂ ਸੀ ਉਹ ਵੀ ਲੈ ਕੇ ਗਏ। ਇਹਦੇ ਦੋ ਮਾਇਨੇ ਆ। ਇੱਕ ਤਾਂ ਇਹ ਆ ਵੀ ਇਸ ਮੀਟਿੰਗ ਨੇ ਸਿਆਸਤ ਇੱਕ ਵਾਰ ਫੇਰ ਗਰਮਾ ਦਿੱਤੀ ਹੈ ਪੰਜਾਬ ਦੀ। ਦੂਸਰੀ ਇਹ ਆ ਵੀ ਪਰਨੀਤ ਕੌਰ ਨੇ ਉੱਥੇ ਜਿਸ ਤਰੀਕੇ ਨਾਲ ਲਾਓ ਲਸ਼ਕਰ ਲੈ ਕੇ ਗਈ ਸੀ, ਉਹਨੇ ਆਪਣਾ ਦਮਖਮ ਵੀ ਦਿਖਾਇਆ, ਆਪਣਾ ਇੱਕ ਸਮਰਥਕਾਂ ਦਾ ਵੀ ਦਿਖਾ ਲਿਆ ਵੀ ਮੇਰੇ ਨਾਲ ਆਹ ਸਮਰਥਕ ਹੈਗੇ ਆ। ਵਿੱਚੋਂ ਗੱਲ ਕੀ ਨਿਕਲ ਕੇ ਆਈ ਆ, ਇਹਨਾਂ ਨੇ ਤਾਂ ਕੁਝ ਦੱਸਿਆ ਨਹੀਂ ਮੀਡੀਆ ਨੂੰ। ਚੁੱਪ ਚੁਪੀਤੇ ਗਏ ਤੇ ਚੁੱਪ ਚੁਪੀਤੇ ਆ ਗਏ। ਗੱਲ ਵਿੱਚੋਂ ਜਿਹੜੀ ਉਹ ਮੇਅਰ ਸਾਹਿਬ ਨੇ ਦੱਸੀ ਆ ਵੀ ਉਹ ਇਹ ਆ ਵੀ ਉੱਥੇ ਜਿਹੜੇ ਕੈਪਟਨ ਸਮਰਥਕ ਜ਼ਿਆਦੇ ਪਟਿਆਲੇ 'ਚ ਜੋ ਵੀ ਅਹੁਦਿਆਂ ਤੇ ਬੈਠੇ ਆ, ਮੇਅਰ ਆ ਜਾਂ ਹੋਰ ਆ, ਉਹਨਾਂ ਨੂੰ ਜਿਹੜੇ ਕੈਪਟਨ ਵਿਰੋਧੀ ਆ ਉਹ ਢਾਹ ਲਾਉਣੀ ਚਾਹੁੰਦੇ ਆ ਜਾਂ ਉਹਨਾਂ ਨੂੰ ਗੱਦੀਆਂ ਲਾਉਣਾ ਚਾਹੁੰਦੇ ਆ। ਇਹੋ ਜਿਹੀਆਂ ਕੋਸ਼ਿਸ਼ਾਂ ਉੱਥੇ ਪਟਿਆਲੇ ਹੋਣ ਲੱਗ ਪਈਆਂ, ਜਿੱਥੇ ਕਿ ਬਗਾਵਤ ਦਾ ਡਰ ਹੋਣ ਕਰਕੇ ਹੀ
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਬੀਤੇ ਦਿਨੀ ਪਟਿਆਲੇ ਦੇ ਵਿੱਚ ਹਰੇਕ ਕਾਂਗਰਸੀ ਆਗੂਆਂ ਨਾਲ ਮਿਲ ਕੇ ਆਏ ਆ ਔਰ ਉਹ ਕੈਪਟਨ ਦੇ ਖਿਲਾਫ ਰੱਜ ਕੇ ਭੜਾਸ ਵੀ ਕੱਢ ਕੇ ਆਏ ਉੱਥੇ ਵੀ ਕੈਪਟਨ ਨੇ ਆਹ ਕੀਤਾ ਕਰਕੇ ਆਹ ਅਸੀਂ ਕੀਤਾ, ਉਹਨੇ ਆਹ ਕੀਤਾ, ਇਹ ਕੁਝ ਕਹਿ ਕੇ ਆਏ ਸੀਗੇ। ਉਸ ਦੌਰਾਨ ਹੀ ਜਦੋਂ ਉੱਥੇ ਦੀ ਸਰਗਰਮੀ ਵੱਧ ਗਈ ਵੀ ਹੁਣ ਕੈਪਟਨ ਸਮਰਥਕਾਂ ਨੂੰ ਇੱਥੇ ਅਹੁਦਿਆਂ ਤੇ ਰਹਿਣ ਨਹੀਂ ਦੇਣਾ, ਆਪਣੇ ਬਿਠਾਉਣੇ ਆ, ਮਹੀਨੇ ਸਾਰੇ 2 ਰਹਿੰਦੇ ਆ, ਬਾਅਦ ਚ ਪਤਾ ਨਹੀਂ ਮੌਕਾ ਮਿਲਦਾ ਕਿ ਨਹੀਂ ਮਿਲਦਾ, ਹੁਣੇ ਲਾਹਾ ਲੈ ਲਓ ਜਿਹੜੇ ਮਿਲਦਾ ਆ। ਉਸ ਗੱਲ ਨੂੰ ਲੈ ਕੇ ਸਾਰੇ ਹੀ ਅਹੁਦੇਦਾਰਾਂ ਨੂੰ ਲੈ ਕੇ ਪਰਨੀਤ ਕੌਰ ਮੁੱਖ ਮੰਤਰੀ ਚੰਨੀ ਕੋਲ ਗਈ ਸੀ, ਪਰ ਫਿਰ ਆਉਣ ਵੇਲੇ ਪਰਨੀਤ ਕੌਰ ਹੁਣੀ ਤਾਂ ਨਹੀਂ ਗਏ, ਪਰ ਜਿਹੜਾ ਨਾਲ ਦਾ ਵਫਦ ਸੀ ਸਾਰਾ ਉਹ ਦੱਸਿਆ ਜਾਂਦਾ ਵੀ ਸਿਸਮਾ ਫਾਰਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲ ਕੇ ਆਇਆ ਜੀ। ਉਹਦੀ ਗੱਲਬਾਤ ਕੀ ਹੋਈ ਆ ਇਹ ਹਜੇ ਚਰਚਾ ਦਾ ਵਿਸ਼ਾ ਹੀ ਆ ਜਾਂ ਇੱਕ ਭੇਦ ਹੀ ਬਣਿਆ ਹੋਇਆ ਆ। ਪਰ ਜਦੋਂ ਇਹੋ ਜੀ ਗੱਲ ਹੁੰਦੀ ਆ ਨਾ ਵੀ ਕੈਪਟਨ ਦੀ ਪਤਨੀ ਹੋ ਕੇ ਮੁੱਖ ਮੰਤਰੀ ਚੰਨੀ, ਜਿਹਨੂੰ ਕੈਪਟਨ ਨੇ ਹਜੇ ਤੱਕ ਵਧਾਈ ਨਹੀਂ ਦਿੱਤੀ ਸੀ ਜਾਂ ਟਵਿੱਟਰ ਰਾਹੀਂ ਦੇਤੀ ਸੀਗੀ ਜਾਂ ਮਿਲੇ ਤੱਕ ਵੀ ਨਹੀਂ, ਉਹਨੂੰ ਜਾ ਕੇ ਸੀਐਮ ਸਾਬਕਾ ਦੀ ਪਤਨੀ ਮਿਲਦੀ ਆ, ਆਪਣਾ ਦਮਖਮ ਦਿਖਾਲਦੀ ਆ, ਤੇ ਵੀ ਜਦੋਂ ਸਿਆਸੀ ਚਰਚਾ ਤਾਂ ਸ਼ੁਰੂ ਹੋਣੀ ਆ। ਇਸ ਦਰਮਿਆਨ ਵੀ ਇਹ ਰੌਲਾ ਪਿਆ ਸੀ, ਰਾਜਕੁਮਾਰ ਵੇਰਕਾ ਹੁਣਾਂ ਨੇ ਇੱਕ ਬਿਆਨ ਦੇ ਦਿੱਤਾ ਸੀਗਾ ਕਿ ਕੈਪਟਨ ਵੀ ਵਾਪਸ ਕਾਂਗਰਸ 'ਚ ਆ ਰਹੇ ਆ। ਹਾਲਾਂਕਿ ਸ਼ਾਮ ਤੱਕ ਉਹਨਾਂ ਨੇ ਉਸ ਨੂੰ ਖੰਡਨ ਕਰਤਾ ਵੀ ਉਹ ਮੇਰੀ ਕੋਈ ਇਹੋ ਜਿਹੀ ਸੰਭਾਵਨਾ ਨਹੀਂ ਹੈਗੀ। ਉਹ ਪਹਿਲਾਂ ਵੀ ਕਹਿ ਚੁੱਕੇ ਆ ਜਦੋਂ ਉਹਨਾਂ ਦਾ ਰੌਲਾ ਪਿਆ ਸੀ ਵੀ ਬੈਕਡੋਰ ਡਿਪਲੋਮੈਸੀ ਚੱਲ ਰਹੀ ਆ ਕੈਪਟਨ ਦੀ, ਉਹਨਾਂ ਨੇ ਖਾਰਜ ਕਰਤਾ ਵੀ ਹੁਣ ਮੇਰੀ ਜਿਹੜੀ ਡਿਪਲੋਮੈਸੀ ਸੀ ਨਾ ਉਹ ਖਤਮ ਹੋ ਗਈ ਆ, ਮੈਂ ਪਾਰਟੀ ਆ ਲੈ ਲਈ ਆ, ਬਣਾਤੀ ਆ, ਐਲਾਨ ਕਰਤਾ ਆ, ਬੰਦੇ ਕਿਹੜੇ ਆਉਣੇ ਆ ਉਹ ਆਉਣ ਵਾਲੇ ਦਿਨਾਂ 'ਚ ਦੱਸੂਗਾ। ਪਰ ਹਾਲੇ ਵੀ ਜਿਹੜੀ ਕੈਪਟਨ ਦੀ ਚੁੱਪੀ ਆ ਨਾ ਉਹ ਬੜੀ ਇੱਕ ਭੇਦ ਬਣੀ ਹੋਈ ਆ ਵੀ ਉਹ ਕਿਉਂ ਚੁੱਪ ਆ ਹਾਲੇ ਤੱਕ। ਜਿੱਦਾਂ ਸਿੱਧੂ ਜੇਕਰ 4 ਘੰਟੇ ਚੁੱਪ ਰਹਿ ਜਾਂਦਾ ਇੰਦਾ ਲੱਗਦਾ ਕਿ ਇਹਨਾਂ ਦੇ ਪਾਰਟੀ ਚ ਆਪਸ ਚ ਲੜਾਈ ਪਤਾ ਨਹੀਂ ਲੱਗਦਾ ਪੰਜਾਬ ਦੇ ਵਿੱਚ ਹੈਗੇ ਕਿ ਨਹੀਂ ਹੈਗੇ। ਬਿਲਕੁਲ, ਹੁਣ ਕੈਪਟਨ ਸਾਹਿਬ ਦੀ ਚੁੱਪੀ ਕਿਤੇ ਨਾ ਕਿਤੇ ਲੱਗਦਾ ਕਿ ਕੋਈ ਵੱਡਾ ਧਮਾਕਾ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਸਕਦੇ ਨੇ। ਸੋ ਮਹਾਰਾਣੀ ਪਰਨੀਤ ਕੌਰ, ਸੰਸਦ ਮੈਂਬਰ ਪਰਨੀਤ ਕੌਰ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਨੇ। ਇਸ ਦੌਰਾਨ ਉਹਨਾਂ ਦੇ ਵੱਲੋਂ ਦਮਖਮ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਉਹਨਾਂ ਦੇ ਨਾਲ ਨੇਤਾ ਕੌਂਸਲਰ ਗਏ ਹੋਏ ਸੀ। ਸੋ ਹੁਣ ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਕੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਇਸ ਬੈਠਕ ਦੌਰਾਨ ਕੀ ਫੈਸਲਾ ਲਿਆ ਗਿਆ ਜਾਂ ਕੀ ਗੱਲਬਾਤ ਹੋਈ ਹੈ, ਉਹ ਆਉਣ ਵਾਲੇ ਦਿਨਾਂ 'ਚ ਲੀਡਰ ਸਾਫ਼ ਕਰ ਹੀ ਦਿੰਦੇ ਨੇ। ਸੋ ਅਗਲੀ ਖਬਰ ਦਾ ਰੁਖ ਕਰ ਲੈਂਦੇ ਹਾਂ। ਸ਼ੇਰਗਿੱਲ ਸਾਹਿਬ, ਬਸੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਾਹਿਬ ਲਗਾਤਾਰ ਜੋ ਦਿਲ ਲੁੱਟ ਰਹੇ ਨੇ, ਬੀਤੇ ਦਿਨ ਵੀ ਆਇਆ ਸੀ, ਖਬਰਾਂ ਸਾਹਮਣੇ ਆਈਆਂ ਕਿ ਰਾਤ ਵੇਲੇ ਜਦੋਂ ਉਹ ਦੌਰੇ ਦੇ ਉੱਪਰ ਸੀ ਤੇ ਰਾਸਤੇ ਦੇ ਵਿੱਚ ਇੱਕ ਗਾਂ ਟੋਏ ਦੇ ਵਿੱਚ ਡਿੱਗੀ ਹੋਈ ਸੀ, ਰੈਸਕਿਊ ਕੀਤਾ ਗਿਆ, ਜਾਂ ਫਿਰ ਰਾਤ ਨੂੰ ਹੀ ਉਹ ਅਦਾਲਤਾਂ ਲਗਾ ਕੇ ਲੋਕਾਂ ਦੀਆਂ ਸੇਵਾ ਕਰਦੇ ਨੇ, ਲੋਕਾਂ ਦੇ ਮਸਲੇ ਹੱਲ ਕਰਦੇ ਨੇ, ਅਜਿਹਾ ਕੁਝ ਹੋ ਰਿਹਾ। ਇਸੇ ਵਿੱਚ ਉਹਨਾਂ ਦੇ ਭਰਾ ਨੇ ਬਸੀ ਪਠਾਨਾ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ। ਕੀ ਗੱਲ ਹੋ ਗਈ? ਹੁਣ ਆਪਣੇ ਭਰਾ ਕਿਤੇ ਨਾ ਕਿਤੇ ਵੱਡੀ ਚੁਣੌਤੀ ਖੜੀ ਕਰ ਦੇਣਗੇ, ਕਿਉਂਕਿ ਔਖਾ ਤਾਂ ਥੋੜਾ ਹੋ ਜਾਏਗਾ, ਕਿਉਂਕਿ ਨਾ ਤਾਂ ਭਰਾ ਨਾਰਾਜ਼ ਕੀਤੇ ਜਾ ਸਕਦੇ ਨੇ ਤੇ ਨਾ ਪਾਰਟੀ ਨਾਰਾਜ਼ ਕੀਤੀ ਜਾ ਸਕਦੀ ਹੈ। ਦੇਖੋ ਹੁਣ ਗੱਲ ਇਹ ਆ ਵੀ ਨਾਰਾਜ਼ਗੀ ਦਾ ਦੌਰ ਮੇਰੇ ਖਿਆਲ ਵਿੱਚ ਫੇਰ ਸ਼ੁਰੂ ਹੋਣ ਵਾਲਾ ਕਿਤੇ ਨਾ ਕਿਤੇ। ਹੁਣ ਚੰਨੀ ਸਾਹਿਬ ਵੱਲੋਂ ਹੋਏ, ਜੇ ਪਾਰਟੀ ਵੱਲੋਂ ਨਹੀਂ ਤਾਂ ਪਰਿਵਾਰ ਵੱਲੋਂ ਹੋ ਸਕਦਾ। ਤੇ ਹੁਣ ਮੰਨ ਲਓ ਜੇ ਉਹਨਾਂ ਨੇ ਇੱਛਾ ਜਤਾ ਵੀ ਦਿੱਤੀ ਆ ਤੇ ਜੇ ਉਹਨੂੰ ਨਾ ਵਗੈਰਾ ਕਰਦੇ ਆ ਤਾਂ ਫੇਰ ਘਰੇ ਕਲੇਸ਼ ਪੈਂਦਾ, ਆਪਸ ਚ ਕਲੇਸ਼ ਪੈਂਦਾ। ਤੇ ਜੇ ਹਾਂ ਕਰਦੇ ਆ ਤੇ ਫਿਰ ਪਾਰਟੀ ਨੂੰ ਕਿਵੇਂ ਮਨਾਉਂਦੇ ਆ ਇਸ ਗੱਲ ਨੂੰ, ਕਿਉਂਕਿ ਉੱਥੇ ਸਿਟਿੰਗ ਐਮਐਲਏ ਵੀ ਹੋਣੇ ਆ, ਉਹਨਾਂ ਦੇ ਆਪਣੇ ਜਿਹੜੇ ਪਹਿਲਾਂ ਤੋਂ ਕੰਮ ਕਰਦੇ ਆ ਰਹੇ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ, ਉਹ ਵੀ ਆਪਣੇ ਦਾਅਵੇਦਾਰੀ ਜਤਾਉਣ ਵਾਲੇ ਹੋਣਗੇ ਕਿ ਅਸੀਂ ਦਾਅਵੇਦਾਰ ਸੀਗੇ, ਇਹ ਨਵਾਂ ਬੰਦਾ ਕਿੱਥੋਂ ਲਿਆ ਕੇ ਬਿਠਾਲਤਾ। ਤੇ ਇਹ ਗੱਲ ਨਹੀਂ ਨਾ ਹੈਗੀ ਵੀ ਸੀਐਮ ਦਾ ਭਰਾ ਆ ਤਾਂ ਤੁਸੀਂ ਜਿੱਥੋਂ ਮਰਜ਼ੀ ਕਹਿ ਦੋ ਪਰਿਵਾਰਵਾਦ ਤਾਂ ਚੱਲੇਗਾ ਨਹੀਂ। ਮੈਂ ਤਾਂ ਉਹ ਪਰਿਵਾਰਵਾਦ ਤਾਂ ਹਰੇਕ ਪਾਰਟੀ ਲੈ ਆਉਂਦੀ ਮੋਰੇ, ਬਿਲਕੁਲ ਹਰੇਕ ਪਾਰਟੀ ਲੈ ਆਉਂਦੀ ਹੈ ਨਾ। ਕਾਂਗਰਸ ਦੇ ਵਿੱਚ ਜ਼ਿਆਦਾ ਇਹ ਹੈਗਾ, ਸ਼ਾਇਦ ਅਕਾਲੀਆਂ 'ਚ ਵੀ ਹੈਗਾ, ਕਿਤੇ ਵੀ ਘੱਟ ਨਹੀਂ ਹੈਗਾ, ਪਰ ਇਹ ਪਰਿਵਾਰਵਾਦ ਪਾਰਟੀ ਦੇ ਵਿੱਚੋਂ ਕਿਸੇ 'ਚ ਖਤਮ ਹੋਣ ਦਾ ਨਾਂ ਲੈ ਨਹੀਂ ਰਿਹਾ। ਤੇ ਜੇ ਆਪ ਨਹੀਂ ਕੋਈ ਚਾਹੁੰਦਾ ਨਾ ਮੁਖੀ, ਤੇ ਫਿਰ ਉਹਦੇ ਪਰਿਵਾਰ ਵਾਲੇ ਕਹਿੰਦੇ ਲੈ ਵੀ ਹੁਣ ਆ ਕਾਕੇ ਦਾ ਪਿਓ ਜਿਹੜਾ ਨਾ ਹੁਣ ਇੱਥੋਂ ਆਊਗਾ, ਤੁਸੀਂ ਹੁਣ ਦੇਖ ਲਿਓ, ਸਾਂਭ ਲਿਓ ਹੁਣ ਜਰਾ। ਉਹ ਗੱਲ ਹੁਣ ਚੰਨੀ ਦੇ ਗੱਲ ਵੀ ਇਹ ਪੈਣ ਵਾਲੀ ਆ ਤੇ ਹੋ ਸਕਦਾ ਕਈ ਵਾਰੀ ਹੈ ਨਾ ਪਾਰਟੀ ਦੇ ਜਿਹੜੇ ਨਾਲ ਦੇ ਸਾਥੀ ਆ ਉਹ ਬੇਸ਼ੱਕ ਉਹਨਾਂ ਨੁਕਸਾਨ ਨਹੀਂ ਪਹੁੰਚਾਉਣ ਜਿਸ ਤਰੀਕੇ ਨਾਲ ਕੰਮ ਕਰ ਰਹੇ ਆ, ਪਰ ਆਪਣੇ ਹੀ ਕਈ ਵਾਰੀ ਬੇੜੀ ਡੋਬਣ ਤੇ ਆ ਜਾਂਦੇ ਹੁੰਦੇ ਆ। ਇਸ ਗੱਲ ਨੂੰ ਲੈ ਕੇ ਚੰਨੀ ਸਾਹਿਬ ਲਈ ਚੁਣੌਤੀ ਚਾਹੇ ਪਹਿਲਾਂ ਵੀ ਉਹਨਾਂ ਕੋਲ ਬਹੁਤ ਆ, ਮੁਸ਼ਕਿਲਾਂ ਭਰੇ ਹਾਲਾਤ ਹੋਰ 2 ਮਹੀਨੇ ਹੈਗੇ ਆ, ਪਰ ਜਦੋਂ ਇਹੋ ਜਿਹੇ ਪਰਿਵਾਰ ਤੋਂ ਉੱਠਦਾ ਨਾ ਕੋਈ ਗੱਲ, ਤਾਂ ਫਿਰ ਉਹਦੇ ਲਈ ਹੋਰ ਚੁਣੌਤੀ ਬਣ ਜਾਂਦੀ ਆ। ਕਿਵੇਂ ਇਹਨੂੰ ਸੈਟਲ ਕਰਦੇ ਆ, ਕਿਵੇਂ ਉਹਨੂੰ ਮਨਾਉਂਦੇ ਆ। ਜਿਹੜੇ ਹੋਰ ਦਾਅਵੇਦਾਰਾਂ ਦਾ ਜਿਹੜਾ ਉਹ ਹੁਣ ਠੁੱਸ ਕਰਕੇ ਬੈਠ ਗਏ ਹੁਣੇ ਲੈ ਵੀ ਆਹ ਬੰਦਾ ਨਵਾਂ ਖੜ ਗਿਆ, ਅਸੀਂ ਤਾਂ ਐਵੇਂ ਇੰਨੇ ਚਿਰ ਦੀ ਸੇਵਾ ਕਰਦੇ ਰਹੇ, ਸਾਡੀ ਪੁੱਛ ਪੜਤਾਲ ਹੀ ਨਹੀਂ ਠੁੱਸ ਕਰਕੇ ਬੈਠੇ ਆ ਜੇ ਧਮਾਕਾ ਕਰਨਗੇ ਫਿਰ ਉਹ ਵੋਟਾਂ 'ਚ ਕਰਦੇ ਹੁੰਦੇ ਧਮਾਕਾ, ਤੇ ਚੰਗਾ ਕੋਈ ਨਹੀਂ ਤੁਸੀਂ ਇਹ ਨਹੀਂ ਦਿੱਤੀ ਟਿਕਟ ਤਾਂ ਮੈਂ ਉਧਰ ਸਹੀ, ਇਹ ਗੱਲ ਹੋਣੀ ਆ। ਦੱਸੋ ਚੁਣੌਤੀ ਜਿਹੜੀ ਆ ਇਹ ਪਰਿਵਾਰ 'ਚੋਂ ਮਿਲਣੀ ਤੇ ਪਾਰਟੀ ਵਾਲੇ ਤੇ ਪਹਿਲੇ ਚੁਣੌਤੀ ਬਣ ਕੇ ਖੜੇ ਹੋਏ ਆ, ਤੇ ਉਹਦੇ ਨਜਿੱਠਣਾ ਜਿਹੜਾ ਚੰਨੀ ਸਾਹਿਬ ਲਈ ਇਹ ਕੰਮ ਦੇ ਨਾਲ 2 ਮਹੀਨੇ ਸਮਾਂ ਜਿਹੜਾ ਥੋੜਾ ਹੈ। ਬਿਲਕੁਲ। ਸੋ ਕਿਤੇ ਨਾ ਕਿਤੇ ਲੱਗ ਰਿਹਾ ਕਿ ਇਸ ਵਾਰ ਨਾ ਕਾਂਗਰਸ ਨੂੰ ਆਪਣੇ ਹੀ ਜ਼ਿਆਦਾ ਚੁਣੌਤੀਆਂ ਦੇ ਰਹੇ ਨੇ, ਵਿਰੋਧੀਆਂ ਨੂੰ ਮੌਕਾ ਜਿਹਾ ਨਹੀਂ ਮਿਲ ਰਿਹਾ। ਸੋ ਉੱਥੇ ਹੀ ਸ਼ੇਰਗਿੱਲ ਸਾਹਿਬ ਲਗਾਤਾਰ, ਕਿਉਂਕਿ ਕਿਸਾਨੀ ਅੰਦੋਲਨ ਬਾਰੇ ਵੀ ਗੱਲ ਕਰਾਂਗੇ,
26 ਜਨਵਰੀ ਨੂੰ ਜੋ ਘਟਨਾਕ੍ਰਮ ਲਾਲ ਕਿਲਾ ਤੇ ਹੋਇਆ ਸੀ, ਉਸ ਤੋਂ ਬਾਅਦ ਉੱਥੋਂ ਜੋ ਪੁਲਿਸ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਸੀ, ਉਹਨਾਂ ਦੇ ਲਈ ਚੰਨੀ ਸਰਕਾਰ ਨੇ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸੇ ਦੇ ਨਾਲ ਹੀ ਉਸ ਘਟਨਾ ਦੇ ਬਾਰੇ ਦੇ ਵਿੱਚ ਜੋ ਜਾਂਚ ਕਮੇਟੀ ਬਿਠਾਈ ਗਈ ਸੀ ਵਿਧਾਨ ਸਭਾ ਦੇ ਵਿੱਚ, ਉਸ ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਦਿੱਲੀ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਉਸ ਸਾਰੇ ਹੀ ਘਟਨਾਕ੍ਰਮ ਦੇ ਬਾਬਤ। ਲਗਾਤਾਰ ਦਿੱਲੀ ਪੁਲਿਸ ਦੀ ਕਾਰਵਾਈ ਪਹਿਲੇ ਦਿਨ ਤੋਂ ਹੀ ਸਵਾਲਾਂ ਦੇ ਘੇਰੇ ਵਿੱਚ ਸੀ ਕਿ ਲੋਕਾਂ ਨੂੰ ਭਟਕਾਇਆ ਗਿਆ, ਗੁੰਮਰਾਹ ਕੀਤਾ ਗਿਆ। ਉਸ ਬਾਰੇ ਤੁਹਾਡਾ ਕੀ ਕਹਿਣਾ ਹੈ? ਤੇ ਉਸ ਤੋਂ ਬਾਅਦ ਜਦੋਂ ਹੁਣ ਚੰਨੀ ਸਰਕਾਰ ਨੇ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਉਸ ਤੋਂ ਬਾਅਦ ਭਾਜਪਾ ਵਾਲੇ ਕਾਫੀ ਔਖੇ ਨੇ, ਕਿੰਜ ਵੇਖਦੇ ਹੋ? ਦੇਖੋ, ਜੋ ਕੁਝ 26 ਜਨਵਰੀ ਨੂੰ ਹੋਇਆ ਸੀਗਾ ਦਿੱਲੀ ਲਾਲ ਕਿਲੇ ਵਾਲੇ ਪਾਸੇ ਘਟਨਾਕ੍ਰਮ, ਉਹ ਹੈ ਤਾਂ ਇੱਕ ਕਿਸਮ ਨਾਲ ਪਲਾਨਡ ਹੀ ਸੀਗਾ, ਕਿਉਂਕਿ ਦਿੱਲੀ ਦੀਆਂ ਸੜਕਾਂ ਆਮ ਕਰਕੇ ਸਵਾਏ ਜਿਹੜੇ ਟੈਕਸੀ ਲੈ ਕੇ ਜਾਂਦੇ ਆ ਏਅਰਪੋਰਟਾਂ ਨੂੰ, ਉਹ ਤੋਂ ਇਲਾਵਾ ਕੋਈ ਆਮ ਬੰਦਾ ਮੇਰੇ ਵਰਗਾ ਵੀ ਨਹੀਂ ਜਾਣ ਸਕਦਾ ਵੀ ਕਿੱਧਰ ਨੂੰ ਸੜਕ ਕਿੱਧਰ ਨੂੰ ਜਾਣੀ ਆ ਤੇ ਇਹ ਕਿੱਧਰ ਨੂੰ ਜਾਣੀ ਆ। ਭੇਤੀ ਨੂੰ ਹੀ ਪਤਾ ਹੋ ਸਕਦਾ ਜਿਹੜਾ ਰੋਜ਼ਾਨਾ ਉੱਥੇ ਜਾਂਦੇ ਆ। ਜਿਹੜੇ ਹੁਣ ਕਿਸਾਨ ਸੀਗੇ ਜਿਨ੍ਹਾਂ ਨੇ ਮਾਰਚ ਕਰਨਾ ਸੀਗਾ, ਉਹਨਾਂ ਲਈ ਤਾਂ ਰੂਟ ਹੋਰ ਤੈਅ ਕੀਤਾ ਸੀਗਾ, ਤੇ ਜਦੋਂ ਉਹਨਾਂ ਲਈ ਰੂਟ ਖੋਲ ਦਿੱਤਾ ਪਿਆ ਵੀ ਬੈਰੀਕੇਡ ਖੋਲ ਤੇ ਤੁਸੀਂ ਐ ਨੂੰ ਜਾਓ, ਤੇ ਜਦੋਂ 26 ਜਨਵਰੀ ਹੋਵੇ ਤੇ ਲਾਲ ਕਿਲੇ ਦੇ ਉੱਤੇ ਤਾਂ ਚਿੜੀ ਵੀ ਪਰ ਨਹੀਂ ਮਾਰਦੀ, ਪਰਿੰਦਾ ਵੀ ਨਹੀਂ ਉੱਥੇ ਪਰ ਮਾਰਦਾ, ਤੇ ਉੱਥੇ ਤੱਕ ਪਹੁੰਚ ਜਾਣਾ ਤੇ ਆਪਣੇ ਆਪ ਦੇ ਵਿੱਚ ਇੱਕ ਸਾਜ਼ਿਸ਼ ਦੀ ਜਾਂ ਪਲੈਨਿੰਗ ਦੀ ਬੂ ਜ਼ਰੂਰ ਆਉਂਦੀ ਹੈ, ਜਿਹਨੂੰ ਲੈ ਕੇ ਜੋ ਕੁਝ ਹੋਇਆ ਉਹ ਸਾਡੇ ਸਾਰਿਆਂ ਸਾਹਮਣੇ ਸੀਗਾ। ਤੇ ਕੈਪਟਨ ਸਾਹਿਬ ਨੇ ਉਦੋਂ ਕਮੇਟੀ ਬਣਾਈ ਸੀ ਕੁਲਦੀਪ ਸਿੰਘ ਵੈਦ ਦੀ ਅਗਵਾਈ ਦੇ ਵਿੱਚ, ਜਿਹਦੇ ਵਿੱਚ ਸਰਬਜੀਤ ਕੌਰ ਮਾਣੂਕੇ ਆ ਜਿਹੜੇ ਆਪ ਦੇ ਵਿਧਾਇਕ ਆ, ਤਾਂ ਡਿਪਟੀ ਲੀਡਰ ਵੀ ਹੈਗੇ ਆ ਵਿਧਾਨ ਸਭਾ ਦੇ ਵਿੱਚ, ਉਹ ਵੀ ਸ਼ਾਮਲ ਸੀਗੇ। ਹੁਣ ਉਹ ਰਿਪੋਰਟ ਪੇਸ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਕਿਸਾਨਾਂ ਦੇ ਬਿਆਨ ਵੀ ਲਏ ਆ ਜਿਨ੍ਹਾਂ ਨੂੰ ਬਾਅਦ ਚ ਫੜਿਆ ਗਿਆ ਸੀ, ਜਾਂ ਜਿਹੜੇ ਉੱਥੇ ਪਹੁੰਚਣ ਵੇਲੇ ਫੜੇ ਗਏ ਸੀਗੇ। ਸਾਰਾ ਕੁਝ ਲੈ ਕੇ ਤੱਥ ਪੜਚੋਲ ਕਨਕਲੂਜਨ ਇਹ ਕੱਢਿਆ ਵੀ ਉਸ ਘਟਨਾਕ੍ਰਮ ਲਈ ਦਿੱਲੀ ਪੁਲਿਸ ਪਲੱਸ ਜਿਹੜੀ ਸੈਂਟਰ ਸਰਕਾਰ, ਉਹ ਤੇ ਨਾਲ ਦੀ ਨਾਲ ਉਹਨਾਂ ਨੇ ਦਿੱਲੀ ਦੀ ਆਪ ਸਰਕਾਰ ਨੂੰ ਵੀ ਘੇਰਿਆ ਵੀ ਉਹ ਵੀ ਜ਼ਿੰਮੇਵਾਰ ਸੀ, ਜਿਹਦੇ ਕਰਕੇ ਸਰਬਜੀਤ ਕੌਰ ਮਾਣੂਕੇ ਨੇ ਫਿਰ ਇਹ ਦੋਸ਼ ਲਾਇਆ ਵੀ ਜਿਹੜੀ ਰਿਪੋਰਟ ਪੇਸ਼ ਕੀਤੀ ਮੇਰੇ ਉਹਦੇ ਵਿੱਚ ਦਸਤਖਤ ਹੈ ਨਹੀਂ, ਮੈਂ ਦਸਤਖਤ ਨਹੀਂ ਕੀਤੇ, ਇਹ ਵੈਦ ਸਾਹਿਬ ਨੇ ਜਾਂ ਹੋਰ ਜਿਹੜੇ ਮੈਂਬਰਾਂ ਨੇ ਕਾਲੀ ਦੇ ਵਿੱਚ ਰਿਪੋਰਟ ਪੇਸ਼ ਕਰ ਦਿੱਤੀ ਆ, ਤੇ ਉਹਦੇ ਨਾਲ ਮੈਂ ਸਹਿਮਤ ਨਹੀਂ ਹੈ। ਜਿੱਥੇ ਤੁਸੀਂ ਆਪ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦੇ ਆ ਨਾ, ਉਹਦੇ ਨਾਲ ਮੈਂ ਸਹਿਮਤ ਨਹੀਂ ਹਾਂ। ਦਿੱਲੀ ਪੁਲਿਸ ਸਾਡੇ ਅੰਡਰ ਹੈ ਨਹੀਂ, ਦਿੱਲੀ ਪੁਲਿਸ ਸੈਂਟਰ ਵਾਲੇ ਦੇ ਅੰਡਰ। ਮੈਡਮ ਨੂੰ ਔਖਾ ਕਰਦੇ ਨੇ ਤੁਸੀਂ ਜਿਹੜਾ ਨਾ ਆਪਣਾ ਦੋਸ਼ ਦਾ ਜਿਹੜਾ ਠੀਕਰਾ ਉਹ ਸੈਂਟਰ ਤੱਕ ਰੱਖੋ, ਠੀਕ ਹੈ, ਤਾਂ ਮੈਂ ਇਹਦੇ ਨਾਲ ਸਹਿਮਤ ਹੈ ਨਹੀਂ। ਹਾਲਾਂਕਿ ਪਹਿਲਾਂ ਸਹਿਮਤ ਸੀਗੀ ਨਾਲ ਉਹ ਕਿਸਾਨਾਂ ਨੇ ਆਪਣੇ ਦੁਖੜੇ ਰੋਏ ਆ, ਕਿ ਉਹਨਾਂ ਨੂੰ ਜੇਲ੍ਹ ਚ ਲਿਜਾ ਕੇ ਉਹਨਾਂ ਨਾਲ ਕੀ ਭਾਣਾ ਵਰਤਾਇਆ ਦਿੱਲੀ ਪੁਲਿਸ ਨੇ, ਕਿਵੇਂ ਕੀਤਾ। ਜਿਹੜੇ ਉਹਨਾਂ ਨੂੰ ਮਿਲਣ ਜਾਂਦੇ ਰਹੇ ਉਹਨਾਂ ਨਾਲ ਵੀ ਉਹਨਾਂ ਦਾ ਵਤੀਰਾ ਜਿਹੜਾ ਉਹ ਸਹੀ ਨਹੀਂ ਸੀਗੀ। ਹੁਣ ਉਸ ਤੋਂ ਅਗਲੀ ਗੱਲ ਜਦੋਂ ਹੋਈ ਆ ਮੁੱਖ ਮੰਤਰੀ ਚੰਨੀ ਨੇ ਉਸ ਘਟਨਾਕ੍ਰਮ ਦੇ ਪੀੜਤਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕਰਤਾ, ਜਿਸ ਨੂੰ ਲੈ ਕੇ ਇੱਕ ਵਾਰ ਫਿਰ ਉਹ 26 ਜਨਵਰੀ ਵਾਲਾ ਮਾਮਲਾ ਫਿਰ ਸੁਰਖੀਆਂ 'ਚ ਆ ਗਿਆ। ਜਦੋਂ ਭਾਜਪਾ ਨੇ ਸਾਫ਼ ਕਹਿਤਾ ਬਈ ਤੁਸੀਂ ਇਹਦਾ ਮਤਲਬ ਪਿਆ ਵੀ ਉਹ ਜਿਹੜੀ ਘਟਨਾ ਵਾਪਰੀ ਸੀ ਉਹਨੂੰ ਜਾਇਜ਼ ਠਹਿਰਾਉਂਦੇ ਆ, ਜਿਹਦੇ ਕਰਕੇ ਤੁਸੀਂ ਪੀੜਤਾਂ ਨੂੰ 2-2 ਲੱਖ ਰੁਪਏ ਦਿੱਤਾ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਜੋੜਤਾ, ਤੇ ਜਿਹੜਾ ਬੰਦਾ ਬਾਅਦ ਚ ਹੁਣੇ ਜੇ ਨਿਹੰਗ ਸਿੰਘਾਂ ਹੱਥੋਂ ਮਾਰਿਆ ਗਿਆ ਸੀਗਾ, ਤੁਸੀਂ ਉਹਦੇ ਲਈ ਕਿਉਂ ਨਹੀਂ ਐਲਾਨ ਕੀਤਾ? ਉਹ ਵੀ ਤਾਂ ਉਹਨੂੰ ਵੀ ਤਾਂ ਉਨਾ ਹੀ ਮੁਆਵਜ਼ਾ ਚਾਹੀਦਾ ਸੀਗਾ, ਤੇ ਉਹਨਾਂ ਜੇ ਤੁਸੀਂ 26 ਜਨਵਰੀ ਵਾਲੇ ਪੀੜਤਾਂ ਨੂੰ ਮੰਨਦੇ ਆ ਤੇ ਇਹ ਵੀ ਉਨਾ ਹੱਕਦਾਰ ਸੀਗਾ। ਸੋ ਇਹ ਨਵੀਂ ਕਿਸਮ ਦੀ ਇੱਕ ਚਰਚਾ ਦੁਬਾਰਾ ਸ਼ੁਰੂ ਕਰ ਦਿੱਤੀ ਆ। ਬੇਸ਼ੱਕ ਜਿਹੜਾ ਕਿਸਾਨਾਂ ਦੇ ਅੰਦੋਲਨ ਨੂੰ ਜਾਂ ਕਿਸਾਨਾਂ ਦੇ ਹਰ ਕੰਮ ਨੂੰ ਪੰਜਾਬ ਸਰਕਾਰ ਸਮਰਥਨ ਦਿੰਦੀ ਰਹੀ ਆ, ਸਾਥ ਵੀ ਦਿੰਦੀ ਰਹੀ ਆ, ਤੇ ਉਹ ਜਿਹੜਾ ਘਟਨਾਕ੍ਰਮ ਸੀਗਾ ਉਹਦਾ ਰੌਲਾ ਇਹ ਪਿਆ ਸੀ ਵੀ ਕਿਸਾਨ ਭਟਕ ਗਏ ਜਾਂ ਕਿਵੇਂ ਹੋ ਗਿਆ। ਪਰ ਜੋ ਕੁਝ ਇਹਨਾਂ ਨੇ ਕਮੇਟੀ ਨੇ ਰਿਪੋਰਟ ਦਿੱਤੀ ਉਹਦੇ 'ਚ ਇਹ ਦੱਸਿਆ ਗਿਆ ਵੀ ਕਿਸਾਨਾਂ ਨੂੰ ਭਟਕਾਇਆ ਗਿਆ, ਮੁੱਖ ਰਸਤੇ ਤੋਂ ਡਾਈਵਰਟ ਕਰਕੇ ਉਧਰ ਲਿਜਾਇਆ ਗਿਆ, ਵੀ ਜੋ ਕੁਝ ਹੋਣਾ ਉਹਨਾਂ ਦੇ ਆਪਣੇ ਇੱਕ ਪਲੈਨਿੰਗ ਦਾ ਹਿੱਸਾ ਸੀ। ਬਿਲਕੁਲ। ਸੋ 26 ਜਨਵਰੀ ਦੇ ਇਸ ਮਾਮਲੇ ਨੂੰ ਲਗਾਤਾਰ ਵਿਰੋਧੀ ਖਾਸ ਕਰ ਭਾਜਪਾ ਵਾਲੇ ਜੋ ਭਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਸ ਦਿਨ ਜੋ ਕੁਝ ਹੋਇਆ ਪੰਜਾਬ ਸਰਕਾਰ ਉਸ ਦੀ ਹਮਾਇਤੀ ਸਾਬਤ ਹੋ ਰਹੀ ਹੈ। ਸੋ ਇਸ ਦੇ ਵਿੱਚ ਸ਼ੇਰਗਿੱਲ ਸਾਹਿਬ, ਹਵਾਲਾ ਮਾਮਲੇ ਦੇ ਵਿੱਚ ਜੋ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੁਣ ਪੁਲਿਸ ਰਿਮਾਂਡ ਦੇ ਉੱਪਰ ਚੱਲ ਰਹੇ ਨੇ, ਪਰ ਇਸ ਦੇ ਵਿੱਚ ਉਹ ਭੁੱਖ ਹੜਤਾਲ ਤੇ ਬੈਠ ਚੁੱਕੇ ਨੇ। ਉਹਨਾਂ ਦੇ ਪੁੱਤਰ ਨੇ ਸਾਹਮਣੇ ਆ ਕੇ ਕਿਹਾ ਕਿ ਬੇਅਦਬੀ ਹੋ ਰਹੀ ਹੈ ਕਿਤੇ ਨਾ ਕਿਤੇ। ਆਪਣੇ ਪਿਤਾ ਦੇ ਹੱਕ ਦੇ ਵਿੱਚ ਜੋ ਆਵਾਜ਼ ਬੁਲੰਦ ਕਰ ਰਹੇ ਨੇ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ, ਕਿੰਜ ਵੇਖਦੇ ਹੋ? ਕਿਉਂਕਿ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਸਿੱਖੀ ਦੇ ਨਿਸ਼ਾਨ ਨੇ ਉਹਨਾਂ ਨੂੰ ਉਤਰਵਾਇਆ ਜਾ ਰਿਹਾ, ਚਾਹੇ ਉਹ ਕੜਾ ਹੋਵੇ ਜਾਂ ਫਿਰ ਕੁਝ ਹੋਰ ਹੋਵੇ, ਤੇ ਕਿੰਜ ਵੇਖਦੇ ਹੋ ਇਸ ਸਭ ਨੂੰ? ਦੇਖੋ, ਉਹਨਾਂ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਆ ਮਨੀ ਲਾਂਡਰਿੰਗ ਹਵਾਲਾ ਕੇਸ ਦੇ ਵਿੱਚ, ਤੇ ਮੁੜ ਕੇ ਪੁਲਿਸ ਰਿਮਾਂਡ ਵੀ ਲਿਆ ਹੋਇਆ ਆ। ਤੇ ਉਹਨਾਂ ਦੇ ਬੇਟੇ ਨੇ ਹੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਕਿ ਮੇਰੇ ਫਾਦਰ ਸਾਹਿਬ ਦੇ ਨਾਲ ਪੁਲਿਸ ਜਿਹੜੀ ਆ, ਚੰਡੀਗੜ੍ਹ ਪੁਲਿਸ ਜਿਹੜੀ ਆ, ਉਹ ਸਹੀ ਤਰੀਕੇ ਨਾਲ ਵਤੀਰਾ ਨਹੀਂ ਕਰ ਰਹੀ, ਅਣਮਨੁੱਖੀ ਵਰਤਾਓ ਕਰ ਰਹੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਕੜਾ ਵੀ ਲਵਾ ਦਿੱਤਾ ਗਿਆ, ਪਲੱਸ ਇੱਥੋਂ ਤੱਕ ਦਸਤਾਰ ਨਾਲ ਵੀ ਉਹਨਾਂ ਦੀ ਕੋਈ ਬੇਅਦਬੀ ਕਰਨ ਵਾਲੀ ਗੱਲ ਦੱਸੀ ਗਈ ਆ।
ਜੋ ਕੁਝ ਵੀ ਹੈ, ਚਾਹੇ ਉਹ ਰਿਮਾਂਡ ਦੇ ਵਿੱਚ ਆ ਚਾਹੇ ਕੁਛ ਆ, ਪਰ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਉਹ ਨਹੀਂ ਹੋਣੀ ਚਾਹੀਦੀ ਆ। ਬਿਲਕੁਲ। ਹਰੇਕ ਬੰਦੇ ਦਾ ਬੁਨਿਆਦੀ ਹੱਕ ਆ, ਉਹਨੂੰ ਲਾਜ਼ਮੀ ਤੌਰ ਤੇ ਕਾਇਮ ਰੱਖਣਾ ਚਾਹੀਦਾ, ਚਾਹੇ ਉਹ ਪੁਲਿਸ ਚੰਡੀਗੜ੍ਹ ਦੀ ਆ ਚਾਹੇ ਪੰਜਾਬ ਦੀ ਆ ਚਾਹੇ ਕਿਤੋਂ ਦੀ ਹੈਗੀ ਆ। ਤੇ ਜੇ ਇਹੋ ਜੀ ਗੱਲ ਹੁੰਦੀ ਵੀ ਆ ਤੇ ਇਹਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਆ ਪੰਜਾਬ ਸਰਕਾਰ ਵੱਲੋਂ, ਜਾਂ ਈਡੀ ਸੈਂਟਰ ਦੇ ਵਿੱਚ ਆ ਉਹਦੇ ਬਾਰੇ ਇਹਦੀ ਪੜਚੋਲ ਕਰਨੀ ਚਾਹੀਦੀ ਆ ਵੀ ਜੇ ਇਦਾਂ ਹੋਇਆ ਤੇ ਕਿਉਂ ਹੋਇਆ, ਤੇ ਇਹ ਹੋਣਾ ਨਹੀਂ ਚਾਹੀਦਾ ਸੀਗਾ। ਕਿਉਂਕਿ ਪੁਲਿਸ ਵੀ ਜਿਹੜੀ ਆ ਉਹਦੇ ਵਿੱਚ ਵੀ ਮੰਨ ਲਓ ਚੰਡੀਗੜ੍ਹ ਦੀ ਪੁਲਿਸ ਵੀ ਹੋਵੇ ਤੇ ਪੰਜਾਬੀ ਤਾਂ ਉਹਦੇ ਵਿੱਚ ਵੀ ਹੋਣੇ ਆ, ਤੇ ਕਿਤੇ ਹੋਰ ਦੀ ਪੁਲਿਸ ਹੁੰਦੀ ਤੇ ਉਹਨਾਂ ਨੂੰ ਵੀ ਤਕਰੀਬਨ ਸਾਰਿਆਂ ਨੂੰ ਹਰੇਕ ਖਿੱਤੇ ਦੇ ਵਿਰਾਸਤ ਦਾ ਜਾਂ ਉਹਨਾਂ ਦੇ ਆਪੋ ਆਪਣੇ ਧਰਮ ਦਾ ਸਰੋਕਾਰ ਹੁੰਦਾ ਹੀ ਆ। ਬਿਲਕੁਲ। ਤੇ ਜੇ ਨਹੀਂ ਹੁੰਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਇਸ ਫਿਰਕੇ ਨਾਲ ਸੰਬੰਧਿਤ ਰੱਖਦਾ ਹੈ ਤੇ ਇਹਦੇ ਕੀ ਬੁਨਿਆਦੀ ਹੱਕ ਆ। ਤੇ ਉਹਨਾਂ ਬੁਨਿਆਦੀ ਹੱਕਾਂ ਨੂੰ ਜਦੋਂ ਆਪਾਂ ਤੋੜਦੇ ਆ ਜਾਂ ਉਹਦੀ ਉਲੰਘਣਾ ਕਰਦੇ ਆ ਤਾਂ ਰੌਲਾ ਤਾਂ ਪੈਂਦਾ ਆ। ਤੇ ਉਹਨਾਂ ਦੇ ਬੇਟੇ ਮਹਿਤਾਬ ਖਹਿਰਾ ਨੇ ਇਸ ਤਰੀਕੇ ਨਾਲ ਦੋਸ਼ ਜ਼ਰੂਰ ਲਾਏ ਆ ਤੇ ਉਹ ਇਹਨੂੰ ਲੈ ਕੇ ਹੀ ਭੁੱਖ ਹੜਤਾਲ ਤੇ ਬੈਠੇ ਆ। ਤੇ ਉਹਦੀ ਹੁਣ ਦੇਖੋ ਕੀ ਗਾਹਾਂ ਆਉਣ ਵਾਲਾ ਸਮਾਂ ਜਾਂ ਉਹਨਾਂ ਦੇ ਰਿਮਾਂਡ ਖਤਮ ਹੋਣ ਤੱਕ ਕੀ ਮੋੜ ਲੈਂਦਾ ਆ, ਕੀ ਪੁਲਿਸ ਵਾਲਿਆਂ ਤੇ ਜਿਹੜੇ ਨੇ ਇਹੋ ਜਿਹੇ ਕੰਮ ਕਰਨ ਦਾ ਕੀਤਾ ਆ ਜਿਨ੍ਹਾਂ ਤੇ ਦੋਸ਼ ਲੱਗ ਰਹੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਆ ਜਾਂ ਇਹਦੀ ਪੜਤਾਲ ਜਾਂਚ ਹੁੰਦੀ ਆ, ਇਹ ਆਉਣ ਵਾਲਾ ਸਮਾਂ ਬਿਲਕੁਲ। ਸ਼ਿਰਗਿਲ ਸਾਹਿਬ, ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਸੰਖੇਪ ਚ ਇਸੇ ਬਾਰੇ ਥੋੜੀ ਜੀ ਕੜੀਆਂ ਜੀਆਂ ਜੋੜਨੀਆਂ ਚਾਹਾਂਗੇ ਕਿ ਸੁਖਪਾਲ ਖਹਿਰਾ ਸਾਹਿਬ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ, ਲੰਬੇ ਸਮੇਂ ਤੱਕ ਉਹ ਅਸਤੀਫਾ ਪ੍ਰਵਾਨ ਨਹੀਂ ਹੁੰਦਾ, ਕਹਿੰਦੇ ਨੇ ਕਿ ਕੈਪਟਨ ਸਾਹਿਬ ਨੇ ਨਹੀਂ ਹੋਣ ਦਿੱਤਾ। ਉਸ ਤੋਂ ਬਾਅਦ ਇਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਂਦਾ ਹੈ। ਜਿਵੇਂ ਅਸਤੀਫਾ ਪ੍ਰਵਾਨ ਹੁੰਦਾ ਹੈ ਉਸ ਤੋਂ ਬਾਅਦ ਹਵਾਲਾ ਕੇਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਰਿਮਾਂਡ ਤੇ ਚਲੇ ਜਾਂਦੇ ਨੇ। ਕਿਤੇ ਨਾ ਕਿਤੇ ਸਾਜ਼ਿਸ਼ ਦੀ ਬੂ ਹੈ, ਜਿਵੇਂ ਉਹਨਾਂ ਦਾ ਪੁੱਤਰ ਵੀ ਕਹਿ ਰਿਹਾ ਹੈ। ਕੀ ਲੱਗਦਾ ਹੈ ਕਿ ਇਹਨਾਂ ਦੇ ਨਾਲ ਕੋਈ ਬਦਲਾ ਲਊ ਰਾਜਨੀਤੀ ਦੇ ਤਹਿਤ ਕੁਝ ਕਾਰਵਾਈਆਂ ਹੋ ਰਹੀਆਂ ਨੇ? ਕਿਉਂਕਿ ਪਹਿਲਾਂ ਤਾਂ ਕਿੱਥੇ ਇੱਕ ਬੰਦੇ ਦਾ ਅਸਤੀਫਾ ਤੱਕ ਨਹੀਂ ਪ੍ਰਵਾਨ ਹੋਣਾ, ਕਿੱਥੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰਕੇ ਇੱਕਦਮ ਐਡੀਆਂ ਵੱਡੀਆਂ ਕਾਰਵਾਈਆਂ ਕਰ ਦਿੱਤੀਆਂ ਗਈਆਂ। ਦੇਖੋ, ਹੈ ਤਾਂ ਇਹ ਪੋਲੀਟੀਕਲ ਵੈਂਡੇਟਾ ਹੀ ਹੁੰਦਾ ਆ, ਸਿਆਸੀ ਬਦਲਾ ਲੂ ਭਾਵਨਾ ਹੀ ਚੱਲਦੀ ਹੁੰਦੀ ਜਦੋਂ ਕੋਈ ਏਜੰਸੀ ਲਾ ਦੇਣੀ। ਪਰ ਇਹ ਈਡੀ ਜਿਹੜੀ ਸੈਂਟਰ ਦੀ ਆ, ਸੈਂਟਰ ਵੱਲੋਂ ਕਾਰਵਾਈ ਹੋ ਰਹੀ ਆ, ਉਹਨੂੰ ਜੇ ਆਪਾਂ ਪੰਜਾਬ ਦੇ ਨਾਲ ਜੋੜ ਕੇ ਦੇਖੀਏ ਤੇ ਇਹ ਕੈਪਟਨ ਸਮਰਥਕ ਰਹੇ ਆ। ਕੈਪਟਨ ਨੇ ਕਾਲੀ ਦੇ ਵਿੱਚ ਹੈਲੀਪੈਡ ਦੇ ਉੱਤੇ ਇਹਨਾਂ ਨੂੰ ਕਾਂਗਰਸ ਸ਼ਾਮਲ ਕਰਾ ਦਿੱਤਾ ਸੀਗਾ। ਵੀ ਕਮਾਲੂ ਹੋਣੀ ਸੀਗੇ, ਨਾਜਰ ਸਿੰਘ ਮਾਨਸ਼ਾਹੀਆ ਤੇ ਜਿਹੜੇ ਸੀਗੇ ਖਹਿਰੇ ਹੋਣੀ ਸੀ, ਉਹ ਹੈਲੀਪੈਡ ਦੇ ਉੱਤੇ ਸ਼ਾਮਲ ਕਰਾਤਾ ਸੀਗਾ। ਤੇ ਉਸ ਤੋਂ ਲੈ ਕੇ ਉਹ ਕੈਪਟਨ ਸਮਰਥਕ ਹੀ ਮੰਨੇ ਜਾ ਰਹੇ ਸੀਗੇ। ਐਵੇਂ ਨਹੀਂ ਨਵਜੋਤ ਕੌਰ ਸਿੱਧੂ ਨੇ ਇੱਕ ਦਿਨ ਪਹਿਲਾਂ ਹੀ ਹਜੇ ਕਹਿਤਾ ਸੀਗਾ ਤੇ ਦੇਖਿਆ ਸਰਕਾਰ ਕਿੰਨੀ ਕਾਹਲੀ ਨਾਲ ਕੰਮ ਕਰਦੀ ਆ, ਖਹਿਰੇ ਬਾਰੇ ਕਿਹਾ ਸੀ ਉਹਨਾਂ ਨੇ। ਆਪਣੀ ਸਰਕਾਰ ਨੂੰ ਫਿਰ ਵੀ ਜਾਇਜ਼ ਠਹਿਰਾ ਸੀ। ਹਾਲਾਂਕਿ ਈਡੀ ਜਿਹੜੀ ਆ ਉਹ ਏਜੰਸੀ ਸੈਂਟਰ ਦੇ ਹੇਠ ਕੰਮ ਕਰਦੀ ਆ, ਸੈਂਟਰ ਦੇ ਕੰਮ ਉਹਦੇ ਚ ਗ੍ਰਹਿ ਮੰਤਰਾਲੇ ਦਾ ਆ। ਹੁਣ ਮਾਮਲਾ ਇਹਦੇ ਚ ਸਿਆਸੀ ਬਦਲਾਖੋਰੀ ਦੀ ਭਾਵਨਾ ਦਾ ਇਸ ਕਰਕੇ ਆ ਰਿਹਾ ਵੀ ਕੈਪਟਨ ਵਰਸਸ ਕੈਪਟਨ ਵਿਰੋਧੀ ਹੋ ਗਏ। ਤੇ ਹੁਣ ਜਿਹੜੇ ਇਹਨਾਂ ਦੇ ਸਮਰਥਕ ਰਹੇ ਆ, ਜੇ ਤਾਂ ਉਹ ਯੈਸ ਜੀ ਹਾਂ ਕਹਿ ਦਿੰਦੇ ਆ ਮੋਰੇ ਤੇ ਫਿਰ ਸ਼ਾਇਦ ਵੱਜ ਜਾਣਗੇ, ਤੇ ਜੇ ਨਹੀਂ ਤਾਂ ਫਿਰ ਪਤਾ ਨਹੀਂ ਹੋਰ ਖਹਿਰਾ ਸਾਹਿਬ ਕਿੰਨੇ ਆਉਣ ਵਾਲੇ। ਬਿਲਕੁਲ। ਸਿਆਸੀ ਭਵਿੱਖ ਕੀ ਲੱਗਦਾ ਇਹ ਆ ਵੀ ਦੁਬਾਰਾ ਚੋਣਾਂ ਦੇ ਵਿੱਚ ਉਹਨਾਂ ਦਾ ਹੈ ਵੀ ਮੈਂ ਉੱਥੋਂ ਲੜਨਾ ਆ ਭੁਲੱਥ ਤੋਂ। ਤੇ ਜੇ ਉਹ ਇਸ ਤਰੀਕੇ ਨਾਲ ਸਿਆਸੀ ਦੂਜੀ ਬਦਲਾ ਲੂ ਭਾਵਨਾ ਦੇ ਵਿੱਚ ਪਤਾ ਲੱਗ ਜਾਂਦਾ ਵੀ ਵਾਕਈ ਇਹਨਾਂ ਨੇ ਬਦਲਾ ਲੂ ਭਾਵਨਾ ਨਾਲ ਕੀਤੀ ਆ, ਤੇ ਫਿਰ ਦੇਖੋ ਪਾਰਟੀ ਬਦਲਣ ਵਾਲੇ ਪਾਸੇ ਤਾਂ ਕਦੇ ਗਿਆ ਹੀ ਨਹੀਂ। ਆਪ ਵਾਲੇ ਪਾਸੇ ਗਏ ਸੀ, ਆਪ ਵਾਲਿਆਂ ਨੇ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ। ਹਾਲਾਂਕਿ ਉਹ ਲੀਡਰ ਬਹੁਤ ਤੇਜ਼ ਤਰਾਰ ਆ, ਉਹਨਾਂ ਦੇ ਕੋਲ ਇਨਫੋਰਮੇਸ਼ਨ ਔਰ ਬੋਲਣ ਦੀ ਜਿਹੜੀ ਕਲਾ ਆ ਉਹ ਆਮ ਕਰਕੇ ਕਿਸੇ ਹੋਰ ਲੀਡਰ ਕੋਲ ਹੈ ਨਹੀਂ। ਤੇ ਜਿਹੜਾ ਸਿੱਖ ਚਿਹਰਾ ਆਪ ਵਾਲੇ ਹੁਣ ਲੱਭਦੇ ਆ, ਜੇ ਕਿਤੇ ਖਹਿਰਾ ਉਹਨਾਂ ਕੋਲ ਰਹਿ ਜਾਂਦਾ ਤਾਂ ਮੇਰੇ ਖਿਆਲ ਸੀਐਮ ਦਾ ਚਿਹਰਾ ਇਹੀ ਬਣ ਸਕਦਾ ਸੀਗਾ। ਤੇ ਜਦੋਂ ਹੁਣ ਇਹੋ ਜੀ ਗੱਲ ਹਾਲਾਤ ਹੋ ਜਾਂਦੇ ਆ ਤਾਂ ਫਿਰ ਗੱਲ ਉੱਥੇ ਆ ਜਾਂਦੀ ਆ ਵੀ ਜੇਲ੍ਹ 'ਚ ਬੈਠਾ ਬੰਦਾ ਲੀਡਰ ਬਣੇ ਜਾਂਦਾ ਹੁੰਦਾ। ਤੇ ਲੀਡਰ ਤਾਂ ਪਹਿਲਾਂ ਹੀ ਆ, ਹੋ ਸਕਦਾ ਫਿਰ ਵੀ ਉਹ ਚੋਣ ਆਜ਼ਾਦ ਲੜ ਲੈਣ ਜਾਂ ਕਿਸੇ ਪਾਰਟੀ ਕਾਂਗਰਸ 'ਚ ਤਾਂ ਹੈਗੀ ਆ ਫਿਲਹਾਲ, ਤੇ ਉਹਦੇ ਨਾਲ ਅੱਗੇ ਵਰਤਾਓ ਕਾਂਗਰਸ ਕੀ ਕਰਦੀ ਆ। ਕਿਉਂਕਿ ਕੇਸ ਦਰਜ ਹੋਣ ਕਰਕੇ ਬਾਅਦ 'ਚ ਪਤਾ ਨਹੀਂ ਟਿਕਟ ਵੀ ਮਿਲਦੀ ਕਿ ਨਹੀਂ ਮਿਲਦੀ, ਕਿਉਂਕਿ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਆ ਤੇ ਜਿਹਦੇ ਉੱਤੇ ਕੋਈ ਇਹੋ ਜਿਹੀ ਅਪਰਾਧਿਕ ਕੇਸ ਚੱਲਦਾ ਪਿਆ ਤੇ ਉਹਨੂੰ ਟਿਕਟ ਦੇਣ ਲੱਗੇ ਉਹਦਾ ਪਿਛੋਕੜ ਦੇਖ ਲੈਣਾ ਚਾਹੀਦਾ। ਹੁਣ ਟਿਕਟ ਦੇ ਉੱਤੇ ਵੀ ਸਵਾਲ ਖੜ ਜਾਂਦੇ ਆ। ਇਹਨਾਂ ਦੀ ਹੁਣ ਉਹੀ ਗੱਲ ਤੁਹਾਡੀ ਜਾਂਦੀ, ਸਿਆਸੀ ਭਵਿੱਖ ਬੇਸ਼ੱਕ ਡਾਵਾਡੋਲ ਹੀ ਆ, ਪਰ ਇਹਦੇ ਚ ਨਿਕਲ ਕੇ ਕਿਵੇਂ ਬਾਹਰ ਆਉਂਦੇ ਆ ਇਹ ਤਾਂ ਈਡੀ ਦੱਸੂਗੀ। ਸੋ ਦੇਖਣਾ ਹੋਏਗਾ ਕੀ ਕੁਝ ਨਵਾਂ ਹੁੰਦਾ ਹੈ, ਇਸ ਬਾਰੇ ਵਿਚਾਰ ਚਰਚਾ ਕਰਦੇ ਰਹਾਂਗੇ। ਅੱਜ ਦੇ ਲਈ ਇੰਨੇ। ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਸ਼ੇਰਗਿਲ ਜੀ ਦੇ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ ਜੀ।